80 ਤੋਂ 90 ਵਿਗੇ ਵਾਹਣ ਦੀ ਅਸੀਂ ਇਹ ਤਿਆਰ ਕੀਤੀ ਸੀ, ਜਿਹਦੇ ਤੇ ਲਗਭਗ 70 ਤੋਂ 80 ਹਜ਼ਾਰ ਰੁਪਏ ਖਰਚਾ ਆ ਜਾਂਦਾ ਪਹਿਲਾਂ ਜੀ। ਪਰ ਅਸੀਂ ਦੋਨੇ ਭਰਾ, ਮੈਂ ਖੁਦ ਟੀਚਰ ਹਾਂ ਤੇ ਮੇਰਾ ਬ੍ਰਦਰ ਹੈ ਜਿਹੜਾ ਪੰਚਾਇਤ ਸੈਕਟਰੀ ਹੈ। ਕਈ ਲੋਕਾਂ ਦੇ ਵਿੱਚ ਜੈਲਸ ਪੱਖ ਐਡੇ ਵੱਡੇ ਹੋ ਗਏ ਕਿ ਇਹ ਜਿਹੜੀ ਉਹ ਦੇਖੀ ਨਹੀਂ ਜਾਂਦੀ। ਕਿਰਪਾ ਕਰਕੇ ਉਹ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰ ਲਵੇ, ਕਿਉਂਕਿ ਇਦਾਂ ਦੇ ਕੰਮਾਂ ਨਾਲ ਕਿਸਾਨੀ ਦੇ ਉੱਤੇ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ। ਕਿਸਾਨ ਜਿੱਥੇ ਅੰਨ ਦਾ ਜਨਮਦਾਤਾ ਹੈ, ਉਹ ਇਦਾਂ ਦੇ ਮਾਰੂ ਕੰਮ ਵੀ ਕਰ ਸਕਦਾ ਹੈ, ਕਿਉਂਕਿ ਇਹ ਕਿਸੇ ਕਿਸਾਨ ਦਾ ਕੰਮ ਹੈ, ਕੋਈ ਹੋਰ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ। ਸਵਾਗਤ ਹੈ ਤੁਹਾਡਾ। ਤੁਹਾਨੂੰ ਲੈ ਕੇ ਆਏ ਆ ਇਲਾਕਾ ਭਵਾਨੀਗੜ੍ਹ ਦਾ ਪਿੰਡ ਹੈ ਝਨੇੜੀ। ਇੱਕ ਬਹੁਤ ਦੁਖਦ ਘਟਨਾ ਜਿਹੜੀ ਵਾਪਰੀ ਹੈ। ਕਿਸਾਨੀ ਪਹਿਲੇ ਹੀ ਸੜਕਾਂ ਤੇ ਹੈ, ਪਰ ਜੋ ਕਿਸਾਨ ਖੇਤਾਂ ਦੇ ਵਿੱਚ ਨੇ, ਕਈ ਲੋਕ ਇਹੋ ਜਿਹੇ ਵੀ ਨੇ। ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ। ਸਾਰੀ ਗੱਲਬਾਤ ਹੈ ਜਿਹੜੀ ਉਹ ਤੁਹਾਨੂੰ ਦੱਸਾਂਗੇ ਕਿ ਪੌਦ ਬੀਜੀ ਗਈ ਸੀ, ਹੁਣ ਜੀਰੀ ਲਾਉਣ ਦਾ ਸਮਾਂ ਆ ਗਿਆ। ਪਰ ਹੈਰਾਨੀਜਨਕ ਗੱਲਾਂ ਨੇ। ਕਾਲੇ ਦਿਲਾਂ ਦੇ ਇਹੋ ਜਿਹੇ ਲੋਕ ਵੀ ਨੇ ਕਿ ਸਪਰੇਹਾਂ ਤੇ ਜੋ ਪੌਦ ਬੀਜੀ ਹੋਈ ਸੀ ਉਹਦੇ ਉੱਪਰ ਇਸ ਤਰ੍ਹਾਂ ਦੀਆਂ ਸਪਰੇਹਾਂ ਕਰਤੀਆਂ ਕਿ ਸਾਰੀ ਪੌਦ ਹੈ ਜਿਹੜੀ ਉਹ ਵੇਸਟ ਹੋ ਗਈ। ਤੁਹਾਨੂੰ ਉਸ ਖੇਤ 'ਚ ਲੈ ਕੇ ਚੱਲਦੇ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੰਡ ਝਨੇੜੀ, ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਇਹ ਝਨੇੜੀ। ਇੱਥੇ ਲੈ ਆਏ ਆ ਤੇ ਸਾਡੇ ਨਾਲ ਸਾਡੇ ਭਰਾ ਵੀ ਨੇ ਅਮਨਦੀਪ ਸਿੰਘ ਮਾਝਾ ਜੀ। ਤੇ ਕਿਉਂਕਿ ਜੋ ਕਵਰੇਜ ਹੈ ਉਹ ਕਰਨ ਆਏ ਆ ਅਸੀਂ ਝਨੇੜੀ ਪਿੰਡ, ਤੁਹਾਨੂੰ ਦਿਖਾ ਰਹੇ ਹਾਂ। ਇੱਥੋਂ ਆਪਾਂ ਚੱਲਾਂਗੇ ਰੇਤਗੜ੍ਹ ਨੂੰ ਜਾਂਦਾ ਜਿਹੜਾ ਪਹਾ, ਉਸ ਪਹੇ ਤੇ ਦੱਸਿਆ ਗਿਆ ਖੇਤ, ਉੱਥੇ ਆਪਾਂ ਲੈ ਕੇ ਚੱਲਦੇ ਹਾਂ। ਆਜੋ। ਸੋ ਲੈ ਕੇ ਆਇਆ ਤੁਹਾਨੂੰ ਹੁਣ ਝਨੇੜੀ ਦੇ ਉਸ ਖੇਤ 'ਚ ਜਿੱਥੇ ਇਹ ਸਾਰਾ ਕੁਝ ਵਾਪਰਿਆ। ਤੁਹਾਨੂੰ ਲੈ ਕੇ ਚੱਲਾਂਗੇ ਉਸ ਜਗ੍ਹਾ ਤੇ ਜਿੱਥੇ ਪੌਦ ਲਾਈ ਹੋਈ ਸੀ, ਇਹ ਪਨੀਰੀ ਲਾਈ ਹੋਈ ਸੀਗੀ। ਤੇ ਉਹਦੇ ਉੱਪਰ ਹੈਰਾਨੀਜਨਕ ਗੱਲ ਹੈ ਕਿ ਲੋਕ ਐਡੇ ਪਾਪੀ ਵੀ ਹੈਗੇ ਨੇ। ਸਾਰਿਆਂ ਤੋਂ ਜਿਹੜੀਆਂ ਮਾੜੀਆਂ ਗੱਲਾਂ ਗਿਣੀਆਂ ਗਈਆਂ ਨੇ ਇਹ ਜਿਹੜੇ ਇਹ ਗੱਲਾਂ ਬਾਰੇ ਆਪਾਂ ਨੂੰ ਪਿੰਡਾਂ 'ਚ ਆਮ ਜਦੋਂ ਸੁਣਦੇ ਆ ਨਾ, ਤਾਂ ਕਈ ਲੋਕਾਂ ਦਾ ਕਹਿਣਾ ਹੁੰਦਾ ਵੀ ਯਾਰ ਇਹ ਤਾਂ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਫਸਲ ਨੂੰ ਬਰਬਾਦ ਕਰਨਾ, ਪੱਕੀ ਹੋਈ ਫਸਲ ਤੇ ਕੋਈ ਸਪਰੇਅ ਕਰਨਾ, ਜਾਂ ਜਿਵੇਂ ਆ ਹੁਣ ਇਹ ਗੱਲ ਸਾਹਮਣੇ ਆਈ ਹੈ, ਪੌਦ ਸੀ ਜੀਰੀ ਦੀ, ਉਧਰੋਂ ਦਾ ਜੀਰੀ ਲਾਉਣ ਦਾ ਟਾਈਮ ਆ ਰਿਹਾ, ਕਿਉਂਕਿ ਕਿਸਾਨ ਇਸ ਟਾਈਮ ਤਾਂ ਬਿਲਕੁਲ ਫ੍ਰੀ ਨਹੀਂ ਹੁੰਦਾ, ਕਿਉਂਕਿ ਉਹਨੇ ਆਪਣਾ ਖੇਤ ਠੀਕ ਵੀ ਕਰਨਾ ਹੁੰਦਾ, ਸਮਾਰਨਾ ਵੀ ਹੁੰਦਾ, ਉਹਨੂੰ ਜੀਰੀ ਬੀਜਣ ਦੇ ਯੋਗ ਵੀ ਬਣਾਉਣਾ ਹੁੰਦਾ। ਤੇ ਉਧਰੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੋ ਜਾਣ, ਇਹ ਬਹੁਤ ਦੁਖਦਾਈ ਨੇ। ਆਪਾਂ ਆ ਗਏ ਹਾਂ ਉਸ ਖੇਤ ਦੇ ਵਿੱਚ। ਮੈਨੂੰ ਲੱਗਦਾ ਬਿਲਕੁਲ ਉਹ ਸਾਹਮਣੇ ਜਿਹੜੀ ਫਸਲ ਜੋ ਪੌਦ ਹੈ ਉਹ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਥੱਲੇ ਚੱਲ ਕੇ ਦੇਖਦੇ ਹਾਂ। ਆ ਜਾਓ। ਤੁਹਾਨੂੰ ਉਸੇ ਖੇਤ ਦੇ ਵਿੱਚ ਲੈ ਕੇ ਆਏ ਹਾਂ ਜਿਹੜੇ ਖੇਤ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਵੀ ਦੇਖੀਆਂ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋਈਆਂ ਨੇ, ਕਿਉਂਕਿ ਇਲਾਕੇ ਦੇ ਹਰ ਪਿੰਡ 'ਚੋਂ ਹਰ ਸੂਝਵਾਨ ਵਿਅਕਤੀ ਵੱਲੋਂ ਨਿਖੇਧੀ ਕੀਤੀ ਗਈ ਸੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੌਦ ਹੈ ਜਿਹੜੀ ਉਹ ਬੀਜੀ ਗਈ ਹੈ। ਇਸ ਸਮੇਂ ਕਿਸਾਨ ਸੜਕਾਂ ਤੇ ਵੀ ਬੈਠਾ, ਕਿਸਾਨ ਬਾਰਡਰਾਂ ਤੇ ਵੀ ਬੈਠਾ, ਤੇ ਕੁਝ ਕਿਸਾਨ ਨੇ ਜਿਹੜੇ ਆਪਣੇ ਕੰਮ ਧੰਦੇ ਦੇਖ ਰਹੇ ਨੇ, ਆਪਣੀ ਫਸਲਬਾੜੀ ਨੂੰ ਦੇਖ ਰਹੇ ਨੇ। ਇਹ ਪੌਦ ਬੀਜੀ ਗਈ ਸੀ ਤਾਂ ਕਿ ਸਮਾਂ ਆਉਣ ਤੇ ਜਿਹੜੀ ਜੀਰੀ ਹੈ ਉਹ ਲਾਈ ਜਾ ਸਕੇ। ਜਦੋਂ ਸਮਾਂ ਆਉਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਪੌਦ ਦਾ ਰੰਗ ਦੇਖ ਲਓ, ਕਿੰਨੀ ਕੁ ਜਿਹੜੀ ਦਵਾਈ ਹੈ ਉਹ ਛਿੜਕੀ ਗਈ ਹੋਣੀ। ਕੀ ਸੋਚ ਕੇ ਇਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਜਾਂਦੇ ਨੇ, ਕਿਉਂਕਿ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਲੜਾਈਆਂ ਪੜਾਈਆਂ ਵੀ ਹੁੰਦੀਆਂ ਨੇ, ਕੋਈ ਵਿਚਾਰਕ ਮਤਭੇਦ ਵੀ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ, ਪਰ ਇਸ ਤਰ੍ਹਾਂ ਦੀਆਂ
ਮਾੜੀਆਂ ਨੇ ਜਿਹੜੀਆਂ ਉਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ, ਪਰ ਇੱਥੇ ਹੋਈਆਂ ਨੇ। ਆਪਾਂ ਗੱਲਬਾਤ ਕਰਾਂਗੇ। ਇੱਥੇ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਵੀ ਮੌਜੂਦ ਨੇ। ਇੱਕ ਚੱਕਰ ਲਵਾ ਦਿੰਦੇ ਆ ਤੁਹਾਡਾ, ਤੁਸੀਂ ਦੇਖ ਲਓ। ਬਿਲਕੁਲ ਨੇੜੇ ਹੋ ਕੇ ਆਪਾਂ ਦੇਖਦੇ ਹਾਂ। ਇਹ ਵੀ ਦੱਸਿਆ ਗਿਆ ਕਿ ਜਿਵੇਂ ਜਿਵੇਂ ਇਸ ਦਵਾਈ ਤੇ ਸਪਰੇਅ ਮਾਰੀ ਗਈ ਹੈ, ਜਿਵੇਂ ਇਸ ਦਵਾਈ ਤੇ ਸਪਰੇਅ ਮਾਰੀ ਗਈ ਹੈ, ਉਸ ਤੋਂ ਬਾਅਦ ਪਤਾ ਸੀ ਜਾਂ ਨਹੀਂ ਪਤਾ ਸੀ, ਕਿਉਂਕਿ ਪਾਣੀ ਛੱਡਿਆ ਗਿਆ, ਪਾਣੀ ਲੱਗਣ ਸਾਰ ਉਸ ਦਵਾਈ ਨੇ ਪੂਰਾ ਅਸਰ ਦਿਖਾਇਆ, ਆਪਣਾ ਪੂਰਾ ਅਸਰ ਦਿਖਾਇਆ ਤੇ ਸਾਰੀ ਪੌਦ ਹੈ ਜਿਹੜੀ ਸਾਰੀ ਪੌਦ ਹੈ ਇਹ ਵੇਸਟ ਹੋ ਗਈ ਹੈ, ਇਹ ਬਰਬਾਦ ਹੋ ਗਈ ਹੈ। ਆਪਾਂ ਕਿਸਾਨ ਨਾਲ ਗੱਲਬਾਤ ਕਰਾਂਗੇ ਕਿ ਅਗਲੀ ਰਣਨੀਤੀ ਕੀ ਹੋਊਗੀ, ਕਿਵੇਂ ਹੋਊਗੀ, ਹੈ ਨਾ, ਪੌਦ ਕਿੱਥੋਂ ਲਿਆਂਦੀ ਜਾਊਗੀ ਤੇ ਕਿੰਨਾ ਕੁ ਜਿਹੜਾ ਨੁਕਸਾਨ ਹੈ ਇਹ ਹੋਇਆ। ਆਪਾਂ ਸਾਰੀ ਗੱਲਬਾਤ ਜਿਹੜੀ ਕਰਦੇ ਹਾਂ। ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਤੇ ਪੀੜਤ ਕਿਸਾਨ ਨੇ ਉਹ ਵੀ ਮੌਜੂਦ ਨੇ। ਆਜੋ ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ ਤੁਹਾਡਾ ਨਾਮ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਜੀ ਪਿੰਡ ਝਨੇੜੀ, ਜੀ, ਤਹਿਸੀਲ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਜੀ। ਇਹ ਜਿਹੜੀ ਘਿਨੌਣੀ ਹਰਕਤ ਕੀਤੀ ਹੈ ਜੀ ਸਾਡੇ ਕਿਸਾਨ ਰਾਜਵੀਰ ਸਿੰਘ ਨਾਲ, ਜੀ, ਇਹ ਕਿਸੇ ਨੇ ਬਹੁਤ ਮਾੜੀ ਹਰਕਤ ਕੀਤੀ ਹੈ। ਸਾਡੇ ਪਿੰਡ ਦੇ ਵਿੱਚ ਪਿਛਲੇ ਘੱਟੋ ਘੱਟ 40 ਸਾਲਾਂ ਤੋਂ ਬੜੇ ਮਤਭੇਦ ਸੀ, ਪਾਰਟੀਬਾਜ਼ੀਆਂ ਸੀ, ਪਰ ਇਹੀਆਂ ਜਿਹਾ ਕੰਮ ਸਾਡੇ ਨਗਰ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ। ਜਿਸ ਵੀ ਕਿਸੇ ਨੇ ਕੀਤਾ ਹੈ ਇਹ ਬਹੁਤ ਜ਼ਿਆਦਾ ਮਾੜਾ ਕੀਤਾ ਹੈ ਜੀ। ਇਸ ਕਿਸਾਨ ਦੇ ਨਾਲ ਸਾਡੇ ਨਗਰ ਦਾ ਭਾਈਚਾਰਾ ਸਾਰਾ ਖੜਾ ਹੈ ਜੀ। ਇਸ ਕਿਸਾਨ ਨੂੰ ਅਸੀਂ ਜਿਹੜੀ ਪਨੀਰੀ ਹੈ ਉਹ ਵੀ ਦੇਵਾਂਗੇ ਤੇ ਨਾਲ ਕਿਸਾਨ ਦੀ ਮਦਦ ਵੀ ਕਰਾਂਗੇ। ਔਰ ਅਸੀਂ ਇੱਕ ਬੇਨਤੀ ਹੋਰ ਕਰਦੇ ਹਾਂ, ਜੇ ਕਿਸੇ ਨੂੰ ਵੀ ਇਸ ਹਰਕਤ ਦਾ ਪਤਾ ਹੋਵੇ ਉਹਨੂੰ ਅਸੀਂ ਨਗਰ ਦੇ ਵੱਲੋਂ 1 ਲੱਖ ਰੁਪਇਆ ਇਨਾਮ ਦੇਵਾਂਗੇ, ਜਿਹੜਾ ਇਸ ਵਿਅਕਤੀ ਦਾ ਨਾਂ ਦੱਸੂਗਾ। ਪਰਿਵਾਰਾਂ ਦੇ ਵਿੱਚ ਮਤਭੇਦ ਨੇ, ਕਈ ਵਾਰੀ ਪਾਰਟੀਬਾਜ਼ੀ ਵੀ ਹੁੰਦੀ ਹੈ, ਪਰ ਇਹ ਜਿਹੜੀ ਹਰਕਤ ਕੀਤੀ ਹੈ ਰਾਜਵੀਰ ਸਿੰਘ ਨਾਲ ਬਹੁਤ ਮਾੜੀ ਕੀਤੀ ਹੈ ਜੀ। ਇਹਦੀ ਅਸੀਂ ਸਾਰੇ ਨਗਰ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਇਹ ਖਰਾਬ ਹੋ ਚੁੱਕੀ ਹੁਣ ਬਿਲਕੁਲ। ਇਹ ਜਿਹੜੀ ਪਨੀਰੀ ਹੈ ਜੀ, ਜਿਹੜੀ ਰਾਉਂਡ ਅਪ ਦਵਾਈ ਆਉਂਦੀ ਹੈ ਆਪਣੀ, ਉਹ ਮਾਰ ਦਿੱਤੀ ਹੈ 6 ਤਰੀਕ ਦੀ ਰਾਤ ਨੂੰ। 5 ਤਰੀਕ ਦੀ ਔਰ 6 ਤਰੀਕ ਦੀ ਜਿਹੜੀ ਰਾਤ ਹੈ ਉਸ ਨੂੰ ਇਹਦੇ ਉੱਤੇ ਸਪਰੇਅ ਕੀਤੀ ਗਈ ਹੈ ਜੀ। ਜਿਹੜੀ ਇਹ ਪੌਦ ਹੈ ਸਪਰੇਅ ਰਾਤ ਨੂੰ ਹੋਈ, ਤਕਰੀਬਨ ਇਹ ਦਿਨੇ 11 ਕੁ ਵਜੇ ਨੂੰ ਸੁੱਕਣੀ ਸ਼ੁਰੂ ਹੋ ਗਈ, ਸ਼ਾਮ ਤੱਕ ਇਹ ਸੁੱਕ ਕੇ ਬਿਲਕੁਲ ਨਸ਼ਟ ਹੋ ਗਈ। ਇਹ ਤੁਹਾਨੂੰ ਇਸ ਗੱਲ ਦਾ ਕਦੋਂ ਪਤਾ ਲੱਗਿਆ ਭਾਵ? ਇਹ ਸਾਨੂੰ 11 ਵਜੇ ਪਤਾ ਲੱਗਣਾ ਸ਼ੁਰੂ ਹੋਇਆ ਜੀ, ਜਦੋਂ ਲਾਈਟ ਆਈ। ਅਸੀਂ ਸਵੇਰੇ ਆ ਕੇ ਇਹਨੂੰ ਪਾਣੀ ਲਾਇਆ ਕਿਸਾਨ ਨੇ, ਉਸ ਤੋਂ ਬਾਅਦ ਇਹ ਸੁੱਕਣੀ ਮੁਰਝਾਉਣੀ ਸ਼ੁਰੂ ਹੋ ਗਈ ਜੀ। ਜਿਵੇਂ ਆਪਣੀਆਂ ਵੱਟਾਂ ਡੌਲਾਂ ਤੋਂ ਰਾਉਂਡ ਅਪ ਨਾਲ ਕੱਖ ਸੁੱਕ ਜਾਂਦੇ ਨੇ, ਉਸ ਹਿਸਾਬ ਦੇ ਨਾਲ ਇਹ ਸੁੱਕਣੀ ਸ਼ੁਰੂ ਹੋ ਗਈ। ਕਿਸਾਨ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਨਾਲ ਕਿਸੇ ਨੇ ਬਹੁਤ ਮਾੜੀ ਹਰਕਤ ਕੀਤੀ ਹੈ। ਜਿਹੜੀ ਮੇਰੀ ਪਨੀਰੀ ਹੈ 100-125 ਬਿੱਗੇ ਦੀ ਇਹ ਖੇਤੀ ਕਰਦਾ ਹੈ, ਵੀ ਮੇਰੀ ਪਨੀਰੀ ਹੈ ਜਿਹੜੀ ਕਿਸੇ ਨੇ ਸਪਰੇਅ ਕਰਕੇ ਸਾਡੇ ਨਾਲ ਹੋਰ ਵੀਰ ਵੀ ਹੈਗੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ ਤੁਹਾਡਾ ਨਾਮ? ਗੁਰਜਿੰਦਰ ਸਿੰਘ ਹੈ ਜੀ। ਗੁਰਜਿੰਦਰ ਜੀ ਕੀ ਕਹੋਗੇ, ਕਿਉਂਕਿ ਸਮਾਜ ਦੇ ਵਿੱਚ ਇਹਨੂੰ ਬਹੁਤ ਮਾੜਾ ਜਿਹੜਾ ਇਸ ਟਾਈਮ ਕਿਹਾ ਜਾ ਰਿਹਾ, ਸਾਰੇ ਪਾਸਿਓਂ ਨਿਖੇਧੀ ਹੋ ਰਹੀ ਹੈ, ਇਹਦੇ ਬਾਰੇ ਕਦੋਂ ਪਤਾ ਲੱਗਿਆ ਤੁਹਾਨੂੰ? ਇਹਦੇ ਬਾਰੇ ਤਾਂ ਸਾਨੂੰ 6 ਤਰੀਕ ਨੂੰ ਸਵੇਰੇ 10-11 ਵਜੇ ਪਤਾ ਲੱਗਿਆ ਜੀ। ਕਹਾਂਗੇ ਤਾਂ ਕਿ ਜੀ ਹੁਣ ਬੰਦੇ ਇਹ ਪਤਾ ਨਹੀਂ ਕਹੇ ਜਿਹੇ ਸਮਾਜ 'ਚ ਪੈਦਾ ਹੋ ਜਾਂਦੇ ਨੇ ਜੀ। ਇਹ ਬਹੁਤ ਮਾੜੀ ਗੱਲ ਕਰੀ ਇਹਨਾਂ ਨੇ, ਕਿਸੇ ਨੇ ਵੀ ਕਰੀ ਹੈ ਰਣਵੀਰ ਸਿੰਘ ਨਾਲ ਜੀ। ਇਹਦੀ ਬਹੁਤ ਸਾਰੀ ਨਸ਼ਟ ਕਰਤੀ ਜੀ। ਇਹ ਕਿੰਨਾ ਕੁ ਨੁਕਸਾਨ ਹੈ ਜਿਹੜਾ ਹੋ ਗਿਆ ਲੱਗਦਾ? ਹੁਣ ਅਗਲਾ ਜਿਹੜਾ ਇਹਨਾਂ ਦਾ ਪੜਾਅ ਹੋਊਗਾ ਉਹ ਕਿੰਨਾ ਕੁ ਮੁਸ਼ਕਲ ਹੋਊਗਾ? ਮੁਸ਼ਕਲ ਦਾ ਹੀ ਆਪਾਂ ਅੱਜ ਕੱਲ੍ਹ ਕੋਈ ਖੇਤੀ ਨਹੀਂ ਹੈਗੀ ਜੀ। ਅੱਜ ਆਪਣੇ ਖੇਤ ਦੇ ਵਿੱਚ ਇਕੱਲੀ ਪੌਦੇ ਹੁੰਦੇ ਆ। ਅਸੀਂ ਸਵੇਰੇ ਉੱਠ ਕੇ ਘਰੋਂ ਆਉਂਦੇ ਆ, ਪੌਦੇ ਸਹਾਰੇ ਖੜਦੇ ਆ ਜੀ, ਵੀ ਇਹਨੂੰ ਪਾਣੀ ਲਾਉਣੇ ਆ, ਫਿਰ ਸਾਡੀ ਖੇਤੀ ਹੋਊਗੀ ਜੀ। ਅੱਛਾ, ਜਿਵੇਂ ਹੁਣ ਇਹ ਪੌਦ ਖਰਾਬ ਹੋ ਗਈ, ਇਹ ਮੁੱਲ ਲੈਣਗੇ ਤਾਂ ਉਹ ਕਿੰਨੇ ਕੁ ਦੀ ਜਿਹੜੀ ਆ ਜੂਗੀ ਮੁੱਲ? ਮੁੱਲ ਦਾ ਜੀ ਮਿਲਦੀ ਹੁੰਦੀ ਹੈ ਜੀ, ਮੁੱਲ ਦਾ ਜੇ ਅੱਛਾ। ਇੱਕ ਗੱਲ ਹੋਰ ਦੱਸਦੀ ਹੈ, ਕਿਉਂਕਿ ਸਾਰੇ ਪਾਸੇ ਜ਼ੋਰ ਹੁੰਦਾ, ਇੱਕ ਹੋਰ ਬਹੁਤ ਵੱਡੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹਨਾਂ ਨੂੰ ਬਹੁਤ ਮੁਸ਼ਕਲ ਹੋਊਗੀ ਮੁੱਲ ਵੀ ਲੈਣ ਵਾਸਤੇ, ਕਿਉਂਕਿ ਇਹ ਜਿਹੜੀ ਪਨੀਰੀ ਹੁੰਦੀ ਹੈ, ਇਹ ਪੌਦ ਹੁੰਦੀ ਹੈ, ਇਹਦੀ ਹੁਣੀ ਲਾਗਤ ਹੁੰਦੀ ਹੈ
ਤੇ ਹੋਰ ਵੀਰ ਸਾਡੇ ਮੌਜੂਦ ਨੇ। ਆਜੋ ਵੀਰ ਜੀ। ਵੀਰ ਜੀ ਤੁਹਾਡਾ ਨਾਮ? ਜੀ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ। ਇਹ ਸਾਡਾ ਆਪਣਾ ਖੇਤ ਹੈ ਜੀ। ਮੈਂ ਦੱਸ ਦਿਆਂ ਤੁਹਾਨੂੰ ਕਿ ਇਹ ਜਿਹੜੀ ਪਨੀਰੀ ਤਿਆਰ ਕੀਤੀ ਗਈ ਸੀ ਇਹਨੂੰ ਲਗਭਗ 1 ਮਹੀਨੇ ਦਾ ਸਮਾਂ ਪਹਿਲਾਂ ਲੱਗ ਜਾਂਦਾ ਹੈ ਜਦੋਂ ਅਸੀਂ ਤਿਆਰ ਕਰਦੇ ਹਾਂ ਸ਼ੁਰੂ ਤੋਂ। ਜੀ। ਲਗਭਗ 80 ਤੋਂ 90 ਵਿਗੇ ਵਾਹਣ ਦੀ ਅਸੀਂ ਇਹ ਤਿਆਰ ਕੀਤੀ ਸੀ, ਜਿਹਦੇ ਤੇ ਲਗਭਗ 70 ਤੋਂ 80 ਹਜ਼ਾਰ ਰੁਪਏ ਖਰਚਾ ਆ ਜਾਂਦਾ ਪਹਿਲਾਂ। ਜੀ। ਪਰ ਅਸੀਂ ਦੋਨੇ ਭਰਾ, ਮੈਂ ਖੁਦ ਟੀਚਰ ਹਾਂ ਤੇ ਮੇਰਾ ਬ੍ਰਦਰ ਹੈ ਜਿਹੜਾ ਪੰਚਾਇਤ ਸੈਕਟਰੀ ਹੈ। ਜੀ। ਕਈ ਲੋਕਾਂ ਦੇ ਵਿੱਚ ਜੈਲਸ ਪੱਖ ਐਡੇ ਵੱਡੇ ਹੋ ਗਏ ਕਿ ਉਹਨਾਂ ਤੋਂ ਤਰੱਕੀ ਹੈ ਜਿਹੜੀ ਉਹ ਦੇਖੀ ਨਹੀਂ ਜਾਂਦੀ। ਅਜੀਬ ਕਿਸਮ ਦੇ ਢੰਗਾਂ ਨਾਲ ਕਾਇਰਾਂ ਵਾਂਗੂ ਲੁਕ ਕੇ ਇਹੋ ਜਿਹੇ ਗੰਦੇ ਘਿਨਾਉਣੇ ਜਿਹੜੇ ਕੰਮ ਨੇ ਉਹ ਕਰਨਾ ਉਹਨਾਂ ਨੇ ਸ਼ੁਰੂ ਕਰ ਲਏ। ਪਰ ਜੋ ਵੀ ਕੋਈ ਹੈਗਾ, ਮੈਂ ਚੈਲੰਜ ਕਰਦਾ ਇਸ ਚੀਜ਼ ਨੂੰ ਵੀ ਉਹ ਸਾਹਮਣੇ ਆਵੇ। ਜੇਕਰ ਮਨ ਦੇ ਵਿੱਚ ਕੋਈ ਕਿਸੇ ਵੀ ਕਿਸਮ ਦਾ ਕੋਈ ਗੁਆਰ ਹੈ ਤਾਂ ਸਾਹਮਣੇ ਖੜ ਕੇ ਕੱਢੇ। ਇਦਾਂ ਦੀਆਂ ਨੀਚ ਹਰਕਤਾਂ ਕਰਕੇ ਆਪਣੇ ਆਪ ਨੂੰ ਹੋਰ ਘਟੀਆ ਸਾਬਤ ਕਰ ਲੈਣਾ, ਇਸ ਤੋਂ ਬਿਨਾ ਉਹਨਾਂ ਨੇ ਕੀ ਕਰਨਾ ਜੀ। ਦੂਜੀ ਗੱਲ ਇੱਕ ਹੋਰ ਮੈਂ ਦੱਸ ਦੇਵਾਂ ਕਿ ਪਿੰਡ ਵਾਸੀ ਜਿੰਨੇ ਵੀ ਇਸ ਪਿੰਡ ਦੇ ਨੇ ਉਹ ਸਾਡੇ ਨਾਲ ਨੇ। ਉਹਨਾਂ ਸਾਰਿਆਂ ਨੇ ਸਾਨੂੰ ਇਸ ਚੀਜ਼ ਲਈ ਬੜਾ ਹੌਸਲਾ ਦਿੱਤਾ ਹੈ ਕਿ ਉਹ ਸਾਡੇ ਨਾਲ ਨੇ। ਹਾਂ, ਇੱਕ ਗੱਲ ਇਹ ਜ਼ਰੂਰ ਹੈ ਕਿ ਫਸਲ ਜੋ ਅਸੀਂ ਟਾਈਮ ਸਿਰ ਆਪਣੀ ਬੀਜਣੀ ਸੀ, ਟਾਈਮ ਸਿਰ ਇਹ ਪਨੀਰੀ ਹੈ ਜਿਹੜੀ ਪੁੱਟ ਕੇ ਲਾਉਣੀ ਸੀ, ਪਰ ਇਹ ਹੁਣ ਲੇਟ ਹੋ ਜਾਏਗੀ ਕਿਉਂਕਿ ਜਿਹੜੇ ਬੰਦਿਆਂ ਨੇ ਆਪਣੇ ਲਈ ਪੌਦ ਬੀਜੀ ਹੈ ਤਾਂ ਉਹ ਆਪਣੀ ਜਦੋਂ ਉਹਨਾਂ ਨੇ ਆਪਣੀਆਂ ਫਸਲਾਂ ਲਗਾ ਕੇ ਫੇਰ ਹੀ ਸਾਨੂੰ ਦੇ ਸਕਦੇ ਨੇ, ਕਿਉਂਕਿ ਉਹਨਾਂ ਦੀਆਂ ਆਪਣੀਆਂ ਪਲਾਨਿੰਗਸ ਨੇ। ਜੇ ਅਸੀਂ ਇਹਨਾਂ ਤੋਂ ਪਿੱਛੇ ਹਟ ਕੇ ਜਾਂਦੇ ਹਾਂ ਤਾਂ ਉਹ ਉਹਨਾਂ ਲਈ ਵੀ ਸਹੀ ਨਹੀਂ ਹੈਗਾ ਤੇ ਸਾਡੇ ਲਈ ਵੀ ਸਹੀ ਨਹੀਂ ਹੈਗਾ। ਇਸ ਕਰਕੇ ਇਹ ਦੇਖਣਾ ਸਾਡੇ ਲਈ ਵੀ ਜ਼ਰੂਰੀ ਹੈ ਵੀ ਅਸੀਂ ਪਹਿਲਾਂ ਉਹਨਾਂ ਦਾ ਕੰਮ ਪੂਰਾ ਹੋਣ ਦਈਏ, ਭਾਵੇਂ ਕਿ ਉਹ ਸਾਨੂੰ ਇਸ ਗੱਲ ਦਾ ਹੌਸਲਾ ਦੇ ਰਹੇ ਨੇ ਕਿ ਅਸੀਂ ਆਪਣੀਆਂ ਫਸਲਾਂ ਬਾਅਦ 'ਚ ਬੀਜਾਂਗੇ, ਪਹਿਲਾਂ ਤੁਹਾਨੂੰ ਪਨੀਰੀ ਦੇਵਾਂਗੇ। ਪਰ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਹੈ। ਪਰ ਸਮਾਜ ਇਸ ਲੈਵਲ ਤੱਕ ਗਿਰ ਗਿਆ ਕਿ ਸਾਨੂੰ ਇਹ ਗੱਲ ਹੁਣ ਸਮਝਾਉਣੀ ਬੜੀ ਔਖੀ ਹੈ। ਜੇ ਕਿਸੇ ਦੇ ਮਨ 'ਚ ਕੋਈ ਗੁਆਰ ਹੈਗਾ, ਕਿਰਪਾ ਕਰਕੇ ਉਹ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰ ਲਵੇ, ਕਿਉਂਕਿ ਇਦਾਂ ਦੇ ਕੰਮਾਂ ਨਾਲ ਕਿਸਾਨੀ ਦੇ ਉੱਤੇ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ। ਕਿਸਾਨ ਜਿੱਥੇ ਅੰਨ ਦਾ ਜਨਮਦਾਤਾ ਹੈ, ਉਹ ਇਦਾਂ ਦੇ ਮਾਰੂ ਕੰਮ ਵੀ ਕਰ ਸਕਦਾ ਹੈ ਕਿਉਂਕਿ ਇਹ ਕਿਸੇ ਕਿਸਾਨ ਦਾ ਕੰਮ ਹੈ, ਕੋਈ ਹੋਰ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ। ਤੇ ਉਹਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਇੱਕ ਸਾਰੇ ਲੋਕਾਂ ਦੇ ਅੱਗੇ ਇੱਕ ਵੱਡੀ ਕਿਸਾਨੀ ਨੂੰ ਇਸ ਤਰ੍ਹਾਂ ਪੇਸ਼ ਕਰ ਦੇਣਾ, ਇੱਕ ਉਹਦੀ ਘਟੀਆ ਜਿਹੜੀ ਹਰਕਤ ਹੈ ਉਹਦੇ ਨਾਲ ਇਸ ਹੱਦ ਤੱਕ ਆ ਜਾਣਾ ਬਹੁਤ ਜ਼ਿਆਦਾ ਘਿਨਾਉਣੀ ਹਰਕਤ ਹੈ। ਆਪਣੇ ਆਪ ਨੂੰ ਜੋ ਵੀ ਕੋਈ ਗੰਦਾ ਕੰਮ ਕਰਨ ਵਾਲਾ ਬੰਦਾ ਹੈ ਉਹ ਸੁਧਾਰੇ ਤੇ ਸਹੀ ਰੂਪ ਦੇ ਵਿੱਚ ਸਾਹਮਣੇ ਆ ਕੇ ਗੱਲ ਕਰੇ। ਧੰਨਵਾਦ। ਸੋ ਇਹ ਸਨ ਕਿਸਾਨ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਇਹ ਬਹੁਤ ਮਜ਼ਬੂਤ ਹੈ। ਇਹ ਵੀ ਗੱਲਾਂ ਨੇ ਜਿਹੜੀਆਂ ਇਹ ਨਾਲੋਂ ਨਾਲ ਚੱਲਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ। ਆਪਸੀ ਭਾਈਚਾਰਕ ਸਾਂਝ ਦੇ ਹੁੰਦਿਆਂ ਪਿੰਡ ਵਾਸੀ ਨਾਲ ਦੀ ਨਾਲ ਮੋਢੇ ਤੇ ਪਿੱਛੇ ਪਿੱਠ ਤੇ ਆ ਕੇ ਖੜੇ ਹੋਏ ਨੇ। ਉਹਨਾਂ ਨੇ ਕਿਹਾ ਕਿ ਜਿੰਨਾ ਵੀ ਨੁਕਸਾਨ ਹੋਇਆ ਕੋਈ ਗੱਲ ਨਹੀਂ, ਸਾਰੇ ਖੜੇ ਆ, ਸਾਰੇ ਰਲ ਮਿਲ ਕੇ ਕਰਾਂਗੇ। ਪਰ ਟੀਮ ਮਾਲਵਾ ਵੀ ਅਪੀਲ ਕਰਦੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਹੋ ਸਕਦੀ ਹੈ। ਬਹੁਤ ਦੁਖਦਾਈ ਹੈ ਇਹ, ਬਹੁਤ ਦੁੱਖ ਦੇਣ ਵਾਲੀਆਂ ਗੱਲਾਂ ਨੇ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਮਰਿਆ ਹੋਇਆ, ਕਿਸਾਨ ਤਾਂ ਪਹਿਲਾਂ ਹੀ ਦੁਖੀ ਆ, ਹੋਰ ਖਰਚਿਆਂ ਨੇ ਮਾਰ ਰੱਖਿਆ। ਹੁਣ ਇਹ ਡਬਲ ਖਰਚੇ ਨੇ ਜਿਹੜੇ ਇਹ ਖੜੇ ਹੋ ਗਏ ਨੇ। ਸੋ ਅਪੀਲ ਟੀਮ ਮਾਲਵਾ ਦੀ ਵੀ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਤੋਂ ਬਚਿਆ ਜਾਵੇ। ਪੰਜਾਬ ਦੀ ਜਿਹੜੀ ਅਸਲੀ ਤਸਵੀਰ ਹੈ, ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਹੈ, ਉਸ ਨੂੰ ਉਜਾਗਰ ਕਰਿਆ ਜਾਵੇ, ਨਾ ਕਿ ਕਿਸੇ ਦਾ ਨੁਕਸਾਨ ਕਰਿਆ ਜਾਵੇ। ਮਾਲਵਾ MBTV ਤੋਂ ਗੁਰਵਿੰਦਰ ਸਿੰਘ ਰੋਮੀ ਨਾਲ ਯੁਵਰਾਜ ਹਸਨ ਦੀ ਰਿਪੋਰਟ। ਧੰਨਵਾਦ। ਜਿਹੜੀ ਬਚ ਗਈ ਉਹਦੇ ਸੱਟੇ ਦਿਖਦੇ ਨੇ ਜੀ ਭਾਈ ਜੀ। ਹਾਂ ਕਰਕੇ ਚਲੋ ਸਹੀ ਹੈ। ਅਮਨਦੀਪ ਸਿੰਘ ਮਾਝਾ।
ਕਿ ਜਦੋਂ ਉਹਨੇ ਇਸ ਮੌਕੇ ਦੀ ਤਾੜ ਨੂੰ ਦੇਖਦਿਆਂ ਹੋਇਆਂ ਰਾਉਂਡ ਅਪ ਦੀ ਜਿਹੜੀ ਸਪਰੇਅ ਹੈ ਇਹਦੇ ਉੱਪਰ ਕਰ ਦਿੱਤੀ। ਇਹ ਤੁਹਾਨੂੰ ਕੀ ਲੱਗਦਾ ਰਾਉਂਡ ਅਪ ਦੀ ਉਹ ਸਪਰੇਅ ਜਿਵੇਂ ਦੇ ਇਹਦੇ ਹਾਲਾਤ ਨੇ? ਬਿਲਕੁਲ ਜੀ, ਕਿਉਂਕਿ ਇਹ ਜਿਹੜੀ ਦੋ ਤਰ੍ਹਾਂ ਦੀ ਦਵਾਈ ਆਉਂਦੀ ਹੈ, ਇਹ ਇੱਕ ਪੁੜੀਆਂ ਦੇ ਵਿੱਚ ਸੁੱਕੀ ਦਵਾਈ ਆਉਂਦੀ ਹੈ। ਜਦੋਂ ਉਹਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਇਮੀਡੀਏਟ ਰਿਐਕਸ਼ਨ ਹੁੰਦਾ ਹੈ, ਕਿਉਂਕਿ ਜੇਕਰ ਵੈਸੇ ਰਾਉਂਡ ਅਪ ਦੀ ਕਰਦੇ ਹਾਂ ਆਪਾਂ ਤਾਂ ਉਹਦੇ ਨਾਲ 3 ਤੋਂ 4 ਦਿਨ ਲੱਗਦੇ ਨੇ ਸੁੱਕਣ ਨੂੰ, ਪਰ ਇਹ ਇਮੀਡੀਏਟ ਦੂਸਰੇ ਦਿਨ ਹੀ ਸੁਕਾਉਣਾ ਸ਼ੁਰੂ ਕਰ ਦਿੰਦੀ ਹੈ। ਠੀਕ ਹੈ, ਜਿਸ ਤੋਂ ਕਲੀਅਰ ਹੈ ਵੀ ਉਹਦੀ ਮਨਸ਼ਾ ਇਹ ਸੀ ਕਿ ਜਲਦੀ ਤੋਂ ਜਲਦੀ ਹੈ ਜਿਹੜਾ ਨੁਕਸਾਨ ਹੈ ਜਿਹੜਾ ਉਹ ਮੈਂ ਕਰ ਦੇਵਾਂ। ਠੀਕ ਹੈ। ਇਹ ਪਨੀਰੀ ਕਦੋਂ ਲਗਾਈ ਸੀ ਤੁਸੀਂ, ਕਿੰਨੇ ਦਿਨ ਦੀ ਹੋ ਚੁੱਕੀ ਸੀ ਤੇ ਕਦੋਂ ਲੱਗਣ ਨੂੰ ਤਿਆਰ ਸੀ ਇਹ? 2 ਦਿਨਾਂ ਨੂੰ ਲੱਗਣ ਨੂੰ ਤਿਆਰ ਸੀਗੀ, ਕਿਉਂਕਿ ਸਾਡੇ ਕੋਲ ਪਹਿਲਾਂ ਹੀ 18-19 ਵਿਗੇ ਵਾਹਣ ਅਸੀਂ ਤਿਆਰ ਕਰ ਲਿਆ ਸੀ, ਜਿਹਦੇ ਵਿੱਚ ਅਸੀਂ ਇਹ ਪਨੀਰੀ ਲਾਉਣੀ ਸੀ। ਪਰ ਹੋ ਸਕਦਾ ਉਹਨਾਂ ਨੂੰ ਕਰਨ ਵਾਲੇ ਬੰਦੇ ਨੂੰ ਇਸ ਗੱਲ ਦਾ ਵੀ ਇਲਮ ਹੋਵੇ ਵੀ ਇਹਨਾਂ ਨੇ 2 ਦਿਨ ਬਾਅਦ ਯੂਜ਼ ਕਰਨੀ ਹੈ, ਤੇ ਲਗਭਗ 1.25 ਮਹੀਨਾ ਲੱਗ ਜਾਂਦਾ ਜੀ ਇਹਨੂੰ ਤਿਆਰੀ ਕਰਾਉਣ ਨੂੰ। ਸ਼ੁਰੂ ਤੋਂ ਤਿਆਰੀ ਤੋਂ ਲੈ ਕੇ ਹੁਣ ਤੱਕ ਦਾ ਪ੍ਰੋਸੈਸ ਹੈ ਜਿਹੜਾ ਅਸੀਂ ਉਹ ਫੋਲੋ ਕੀਤਾ ਪ੍ਰੋਪਰ। ਹਰ ਇੱਕ ਕਿਸਾਨ ਉਸੇ ਤਰ੍ਹਾਂ ਕਰਦਾ ਹੈ। ਠੀਕ ਹੈ। ਤੇ ਆਪਣੇ ਸੁਪਨਿਆਂ ਦੀ ਫਸਲ ਬੋਣ ਲਈ ਤਿਆਰੀ ਕੀਤੀ ਹੋਈ ਸੀ ਤੇ ਕਿਸੇ ਮਾੜੇ ਮੰਦਭਾਗੇ ਬੰਦੇ ਨੇ ਇਹ ਅੰਜਾਮ ਦੇ ਦਿੱਤਾ। ਪਰ ਰਾਜਵੀਰ ਜੀ, ਅਕਸਰ ਆਪਾਂ ਦੇਖਦੇ ਹਾਂ ਮੋਟਰਾਂ ਤੋਂ ਕੇਬਲਾਂ ਚੋਰੀ ਹੋ ਜਾਂਦੀਆਂ ਨੇ, ਟਰਾਂਸਫਾਰਮਰ ਚੋਰੀ ਹੋ ਜਾਂਦੇ ਨੇ। ਉਹ ਕਿਉਂ ਚੋਰੀ ਹੁੰਦੇ ਨੇ? ਕਿਉਂਕਿ ਉਹ ਵੇਚ ਕੇ ਮੁਨਾਫਾ ਜੇਬ 'ਚ ਆ ਜਾਂਦਾ। ਪਰ ਇਹ ਇਸ ਤਰ੍ਹਾਂ ਦੀ ਘਟਨਾ ਨਾਲ ਅਗਲੇ ਨੂੰ ਕੀ ਫਾਇਦਾ ਹੋਣ ਵਾਲਾ? ਜੇ ਚੋਰ ਦੀ ਘਟਨਾ ਤਾਂ ਨਹੀਂ ਹੈ ਇਹ, ਕਿਹਨੂੰ ਕੀ ਫਾਇਦਾ ਹੋ ਜਾਣਾ ਇਹਦੇ ਨਾਲ? ਇਹਦੇ ਨਾਲ ਇਸ ਗੱਲ ਤੋਂ ਇੱਕੋ ਹੀ ਕਲੀਅਰ ਹੈ ਕਿ ਇਸ ਦੀ ਦਵਾਈ ਪਾ ਕੇ ਉਲਟਾ ਉਹਨੇ 20-50 ਰੁਪਏ ਦੀ ਦਵਾਈ ਆਪਣੇ ਕੋਲੋਂ ਖਰਚੀ ਹੈ। ਕਲੀਅਰ ਹੈ ਵੀ ਉਹ ਆਪਣੇ ਪੈਸੇ ਇਸ ਲਈ ਉਹਨੇ ਖਰਚੇ ਕਿ ਉਹ ਸਾਡਾ ਜਾਤੀ ਤੌਰ ਤੇ ਨੁਕਸਾਨ, ਡਾਇਰੈਕਟ ਆਰਥਿਕ ਤੌਰ ਤੇ ਨੁਕਸਾਨ ਹੈ ਜਿਹੜਾ ਕਰਨਾ ਚਾਹੁੰਦਾ ਹੈ। ਠੀਕ ਹੈ। ਹੋਰ ਉਹਦੇ ਅੱਗੇ ਉਹਨੇ ਕੀ ਸੋਚਿਆ ਹੋਣਾ ਉਹ ਉਹਦੇ ਤੇ ਡਿਪੈਂਡ ਹੈ, ਪਰ ਇਹ ਗੱਲ ਕਲੀਅਰ ਹੈ ਕਿਉਂਕਿ ਇਹਦੇ ਉੱਤੇ ਦਵਾਈ ਪਾ ਕੇ ਤਾਂ ਉਹਨੂੰ ਕੋਈ ਇਸ ਚੀਜ਼ ਦਾ ਕੋਈ ਜਾਣੀ ਆਮਦਨ ਨਹੀਂ ਹੋਈ। ਠੀਕ ਹੈ। ਪਰ ਤੁਹਾਡਾ ਤਾਂ ਵੱਡਾ ਨੁਕਸਾਨ ਕਰਤਾ। ਬਿਲਕੁਲ ਜੀ, ਕਾਫੀ ਵੱਡਾ ਨੁਕਸਾਨ ਹੈ। ਨੁਕਸਾਨ ਐਡਾ ਵੱਡਾ ਵੀ ਇੱਕ ਵਾਰੀ ਬੰਦਾ ਜਿਹੜਾ ਸਦਮੇ 'ਚ ਜਾਣ ਵਾਲੀ ਗੱਲ ਹੈ, ਪਰ ਪਿੰਡ ਦੇ ਲੋਕਾਂ ਨੇ ਸਹਿਯੋਗ ਦਿੱਤਾ ਇਸ ਗੱਲ ਲਈ ਕਿ ਹੌਸਲਾ ਦਿਵਾਇਆ, ਜਿਹਦੇ ਕਰਕੇ ਅੱਜ ਇੱਥੇ ਫਿਰ ਖੜੇ ਹਾਂ। ਠੀਕ ਹੈ। ਫਿਰ ਵੀ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਨੁਕਸਾਨ ਹੋਇਆ? ਕਿਵੇਂ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ? ਕਹਿਣ ਦਾ ਮਤਲਬ ਵੀ ਕਿਉਂਕਿ ਹਰ ਇੱਕ ਕਿਸਾਨ ਕਿਸੇ ਦੀ 10 ਕਿੱਲੇ ਨੇ, 5 ਕਿੱਲੇ ਨੇ, 7 ਕਿੱਲੇ, ਉਹਦੇ ਅਕੋਰਡਿੰਗ ਅਗਲਾ ਆਪਣੀ ਪਨੀਰੀ ਲਗਾਉਂਦਾ, ਕਿਉਂਕਿ ਵਾਧੂ ਤਾਂ ਲਗਾਉਂਦਾ ਹੀ ਨਹੀਂ। ਤੁਹਾਨੂੰ ਕੀ ਲੱਗਦਾ ਮਤਲਬ ਕਿਤੇ ਨਾ ਕਿਤੇ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਤਾਂ ਪੈਣਾ ਹੀ ਆ? ਬਿਲਕੁਲ ਪੈ ਸਕਦਾ ਜੀ, ਕਿਉਂਕਿ ਲੇਬਰ ਸੀ ਜਿਹੜੀ, ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਜੋ ਅਸੀਂ ਨੇ ਝੋਨੇ ਲਈ ਨੁਮਾਇੰਦਗੀ ਕੀਤੀ ਸੀ ਜਿਸ ਤੋਂ ਲਗਾਉਣੀ ਸੀ, ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਕਿਤੋਂ ਬਾਹਰੋਂ ਉਧਾਰ ਪਨੀਰੀ ਲਵਾਂਗੇ, ਤੇ ਉਹ ਸਾਨੂੰ ਜਵਾਬ ਦੇ ਗਏ ਇੱਕ ਵਾਰ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਦੂਰੋਂ ਪੱਟ ਕੇ ਲਿਆਵਾਂਗੇ ਤੇ ਇੱਥੇ ਕਿਉਂ ਲਾਈਏ ਅਸੀਂ, ਕਿਉਂਕਿ ਰੇਟ ਜੋ ਸਾਡੇ ਨਾਲ ਪਹਿਲਾਂ ਫਾਈਨਲ ਹੋਇਆ ਸੀ ਉਹਦੇ ਮੁਤਾਬਕ ਉਹਨਾਂ ਨੇ ਕੰਮ ਕਰਨਾ ਪੈਣਾ ਸੀ, ਉਹ ਵੀ ਮਨਾ ਕਰ ਗਏ ਨੇ। ਤੇ ਦੂਜਾ ਇਹ ਹੈ ਵੀ ਜਿਹੜੇ ਬਾਕੀ ਜਿੰਨੇ ਵੀ ਕਿਸਾਨ ਭਰਾ ਸਾਡੇ ਜਿਹੜੇ ਨਾਲ ਦੇ ਨੇ, ਜਿਨ੍ਹਾਂ ਨੇ ਤਿਆਰੀ ਕੀਤੀ ਹੋਈ ਹੈ ਆਪਣੇ ਖੇਤ ਦੇ ਵਿੱਚ ਆਪਣੀ ਫਸਲ ਲਗਾਉਣ ਦੀ, ਉਹਨਾਂ ਨੇ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਹੀ ਜਿਹੜੀ ਹੈ ਫਸਲ ਹੈ ਜਿਹੜੀ ਉਹ ਬੀਜੀ ਹੋਈ ਹੈ, ਪਨੀਰੀ ਹੈ ਜਿਹੜੀ ਤਿਆਰ ਕੀਤੀ ਹੋਈ ਹੈ। ਤੇ ਸੋ ਸਾਨੂੰ ਥੋੜਾ ਜਿਹਾ ਵੇਟ ਵੀ ਕਰਨਾ ਪੈਣਾ ਜਦੋਂ ਤੱਕ ਉਹ ਆਪਣਾ ਤਿਆਰ ਕਰਕੇ ਫੇਰ ਹੀ ਅਸੀਂ ਉਹਨਾਂ ਤੋਂ ਲੈ ਸਕਦੇ ਹਾਂ। ਇਨਸਾਨੀਅਤ ਦੇ ਤੌਰ ਤੇ ਵੀ ਸਾਨੂੰ ਹੁਣ ਵੇਟ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਕਿ ਤੁਸੀਂ ਸਾਨੂੰ ਪਹਿਲਾਂ ਦੇ ਦਿਓ, ਆਪਣੇ ਆਪ ਤੁਸੀਂ ਬਾਅਦ ਚ ਲਗਾਏ। ਉਹੀ ਗੱਲ ਸੋਚ ਰਹੇ ਹਾਂ, ਕਿਵੇਂ ਦੀਆਂ ਸੋਚਾਂ ਹੋ ਗਈਆਂ। ਇਨਸਾਨ ਆ ਇੱਕ, ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਿਹਾ, ਕਿਵੇਂ ਦੇਖਦੇ ਹੋ ਤੁਸੀਂ? ਅਸਲ 'ਚ ਸਮਾਜ ਦੇ ਦੋ ਪਹਿਲੂ ਨੇ। ਪਿੰਡ ਲੈਵਲ ਤੇ ਰੰਜਿਸ਼ਾਂ ਆਮ ਤੌਰ ਤੇ ਸੁਣਿਆ ਜਾਂਦਾ ਹੈ ਵੀ ਕਿਸੇ ਨੂੰ ਕਿਸੇ ਪ੍ਰਤੀ ਕੋਈ ਗਿਲਾ ਹੋ ਸਕਦਾ ਹੈ, ਪਰ ਆਰਥਿਕ ਤੌਰ ਤੇ ਇਸ ਤਰ੍ਹਾਂ ਨੁਕਸਾਨ ਕਰਨਾ, ਇੱਕ ਬੇਜਾਨ ਬੂਟਿਆਂ ਨੂੰ ਮਾਰਨਾ, ਇੱਕ ਅੰਦਰੋਂ ਮਾਨਸਿਕ ਤੌਰ ਤੇ ਬਿਮਾਰ ਬੰਦੇ ਦੀ ਗੱਲ ਲੱਗਦੀ ਹੈ ਇਹ, ਕਿਉਂਕਿ ਹੋ ਸਕਦਾ ਉਹਨੂੰ ਇਹ ਲੱਗਦਾ ਹੋਵੇ ਵੀ ਮੈਂ ਇਸ ਤਰ੍ਹਾਂ ਕਰਕੇ ਕੋਈ ਵੱਡੀ ਹੈ ਜਿਹੜੀ ਪ੍ਰਾਪਤੀ ਕਰ ਲਵਾਂ, ਪਰ ਉਹ ਪਰਮਾਤਮਾ ਦੇਖਦਾ ਕਿ ਉਹ ਇਸ ਨੂੰ ਜਿਹੜੀ ਉਹਨੂੰ ਕਿੰਨਾ ਕੁ ਇਸ ਚੀਜ਼ ਦਾ ਜਿਹੜਾ ਫਲ ਹੈ ਉਹ ਮਿਲਦਾ ਹੈ। ਤੇ ਪਰ ਜੋ ਕੁਝ ਵੀ ਹੈਗਾ ਉਹ ਇੱਥੇ ਹੀ ਹੈ, ਬਾਕੀ ਲੋਕਾਂ ਦਾ ਸਹਿਯੋਗ ਨਾਲ ਹੈ। ਉਮੀਦ ਹੈ ਵੀ ਜਲਦੀ ਉਸ ਬੰਦੇ ਦਾ ਪਤਾ ਵੀ ਲੱਗ ਜਾਵੇਗਾ। ਕਿਸਾਨ ਸੁਖਦੇਵ ਸਿੰਘ ਦੇ ਬੇਟਾ ਰਾਜਵੀਰ ਸਿੰਘ ਨੇ ਦੱਸਿਆ ਕਿ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਤਾਂ ਪੈਣਾ ਹੀ ਆ, ਪਰ ਘਟੀਆ ਮਾਨਸਿਕਤਾ ਸੀ। ਜੋ ਵੀ ਗੱਲਬਾਤ ਹੋਈ ਆ ਪਨੀਰੀ ਦੀ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰ ਇੱਕ ਕਿਸਾਨ ਕਿਸੇ ਲਵੇ 5 ਘਟਨਾ ਹੋਈ ਹੈ ਜੀ, ਇਹ ਤੁਹਾਨੂੰ ਰਾਜਵੀਰ ਜੀ ਨੇ ਦੱਸ ਹੀ ਦਿੱਤਾ ਵੀ ਬਹੁਤ ਜ਼ਿਆਦਾ ਮੰਦਭਾਗੀ ਘਟਨਾ। ਸਾਡੇ ਨਗਰ ਦੇ ਉੱਤੇ ਇੱਕ ਕਲੰਕ ਲੱਗ ਗਿਆ ਵੀ ਕਿਸਾਨ ਨੂੰ ਮਾਰ ਰਿਹਾ। ਇਹ ਜਿਹੜੀ ਹਰਕਤ ਹੈ ਕਿਸੇ ਕਿਸਾਨ ਨੇ ਕੀਤੀ ਹੈ, ਇਹਨਾਂ ਦਾ ਨਿੱਜੀ ਤੌਰ ਤੇ ਨੁਕਸਾਨ ਕੀਤਾ ਹੈ ਜੀ, ਪਰ ਚਲੋ ਨੁਕਸਾਨ ਹੋ ਗਿਆ, ਉਸ ਇਨਸਾਨ ਨੂੰ ਇਹਦੇ ਵਿੱਚ ਕੋਈ ਬੈਨੀਫਿਟ ਨਹੀਂ ਮਿਲਿਆ। ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ, ਪਨੀਰੀ ਲੱਭਣੀ ਪਊਗੀ ਜੀ, ਕਿਸੇ ਤੋਂ ਪੁੱਛਣੀ ਪਊਗੀ। ਚਲੋ ਨਗਰ ਨਾਲ ਹੈ, ਅਸੀਂ ਵੀ ਇਹਨਾਂ ਦੀ ਮਦਦ ਕਰਾਂਗੇ, ਨਗਰ ਵੀ ਮਦਦ ਕਰੂਗਾ, ਪਨੀਰੀ ਇਹਨਾਂ ਨੂੰ ਦੇਵਾਂਗੇ ਜੀ। ਔਰ ਦੂਸਰੀ ਗੱਲ, ਜਿਹੜੇ ਵੀ ਇਹ ਮਾੜੇ ਅਨਸਰ ਨੇ ਹਰਕਤ ਕੀਤੀ ਹੈ, ਜਿਹੜਾ ਉਹਦਾ ਕੋਈ ਪਤਾ ਦੱਸੂਗਾ ਜਾਂ ਕਿਸੇ ਨੇ ਦੇਖਿਆ ਜਾਂ ਡਰਦਾ ਉਹ ਨਾ ਲੈਣ ਤੋਂ, ਉਹਨੂੰ ਅਸੀਂ ਨਗਰ ਦੇ ਵੱਲੋਂ 1 ਲੱਖ ਰੁਪਏ ਦਾ ਇਨਾਮ ਦੇਵਾਂਗੇ। ਕੱਲ੍ਹ ਨੂੰ ਉਹ ਕਿਸੇ ਹੋਰ ਕਿਸਾਨ ਦੇ ਨਾਲ ਜਾਂ ਕਿਸੇ ਦਾ ਕੋਈ ਨਿੱਜੀ ਨੁਕਸਾਨ ਨਾ ਕਰ ਸਕੇ। ਆਈਆਂ ਜੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਅਸੀਂ ਇਹ ਇਨਾਮ ਰੱਖਿਆ ਹੈ। ਇੱਧਰ ਧੂਰੀ ਇਲਾਕੇ ਦੇ ਵਿੱਚ ਵੀ ਮਾੜੀ ਘਟਨਾ ਹੋਈ ਹੈ। ਧੂਰੇ ਪਿੰਡ ਦੇ ਵਿੱਚ
ਪੰਜਾਬ ਦੇ ਵਿੱਚ 2 ਜਗ੍ਹਾ ਤੇ ਇਹ ਸਭ ਤੋਂ ਮਾੜੀ ਤੇ ਘਿਨਾਉਣੀ ਹਰਕਤ ਕੀਤੀ ਹੈ ਕਿਸੇ ਨੇ। ਪਰਮਾਤਮਾ ਦੇਖ ਰਿਹਾ ਜੀ, ਠੀਕ ਹੈ। ਬਹੁਤ ਮਾੜੀ ਹਰਕਤ ਕੀਤੀ ਹੈ। ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਮਾਫ ਨਹੀਂ ਕਰੂਗਾ। ਇਹ ਇੱਕ ਉਹਨੇ ਬਹੁਤ ਜ਼ਿਆਦਾ ਭਿਆਨਕ ਮਾੜੀ ਗੱਲ ਕੀਤੀ ਹੈ, ਮੌਤ ਕੀਤੀ ਹੈ ਜੀ ਇਹਨਾਂ ਬੂਟਿਆਂ ਦੀ। ਸੋ ਸਾਰੇ ਬੂਟਿਆਂ ਨੇ ਜਾ ਕੇ ਅਨਾਜ ਬਣਨਾ ਸੀ, ਅਨਾਜ ਕਿਸੇ ਦੇ ਮੂੰਹ 'ਚ ਪੈਣਾ ਸੀ, ਉਸ ਇਨਸਾਨ ਨੇ ਇਹ ਅਨਾਜ ਦੀ ਦੁਰਵਰਤੋਂ ਕੀਤੀ ਹੈ। ਠੀਕ ਹੈ ਗੁਰਮੀਤ ਜੀ, ਕਿਵੇਂ ਲੱਗਦਾ ਤੁਹਾਨੂੰ, ਜਿਵੇਂ ਤੁਸੀਂ ਗੱਲ ਕਰੀ ਆ ਵੀ ਕਿਸਾਨ ਨਹੀਂ ਕੀਤਾ, ਤੁਹਾਨੂੰ ਪੂਰਾ ਦਾਅਵਾ ਵੀ ਕਿਸਾਨ ਨਹੀਂ ਕੀਤਾ? ਬਿਲਕੁਲ ਜੀ, ਕਿਸਾਨ ਦਾ ਕਿਸਾਨ ਵੈਰੀ ਜੀ, ਜੱਟ ਦਾ ਜੱਟ ਵੈਰੀ। ਦੇਖੋ ਇਹ ਸ਼ਰੀਕ ਲਾ ਲਓ, ਕੋਈ ਵੀ ਲਾ ਲਓ ਜੀ, ਪਿੰਡ ਦੀ ਧੜੇਬਾਜ਼ੀ ਲਾ ਲਓ। ਵੈਸੇ ਸਾਡੇ ਨਗਰ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਹੁਤ ਵੱਡੇ ਸੰਘਰਸ਼ ਲੜ ਚੁੱਕੀਆਂ ਨੇ ਜੀ, ਇਹਨਾਂ ਜੀ ਮਾੜੀ ਹਰਕਤ ਕਿਸੇ ਨੇ ਨਹੀਂ ਕੀਤੀ। ਠੀਕ ਹੈ। ਜਿਹੜੀ ਅੱਜ ਰਾਜਵੀਰ ਤੇ ਰਣਵੀਰ ਸਿੰਘ ਨਾਲ ਹੋਈ ਹੈ, ਸੁਖਦੇਵ ਸਿੰਘ ਹੁਰੀਆਂ ਨਾਲ ਹੋਈ ਹੈ ਜੀ, ਸਾਰਾ ਸਾਡਾ ਨਗਰ ਜੀ, ਦੋਨੇ ਸਾਡੀਆਂ ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਤੇ ਡਕਾਉਂਦਾ ਸਭ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਨੇ। ਲਗਭਗ 80 ਤੋਂ 90 ਵਿਗੇ ਵਾਹਣ ਦੀ ਅਸੀਂ ਇਹ ਤਿਆਰ ਕੀਤੀ ਸੀ, ਜਿਹਦੇ ਤੇ ਲਗਭਗ 70 ਤੋਂ 80 ਹਜ਼ਾਰ ਰੁਪਏ ਖਰਚਾ ਆ ਜਾਂਦਾ ਪਹਿਲਾਂ ਜੀ। ਪਰ ਅਸੀਂ ਦੋਨੇ ਭਰਾ, ਮੈਂ ਖੁਦ ਟੀਚਰ ਹਾਂ ਤੇ ਮੇਰਾ ਬ੍ਰਦਰ ਹੈ ਜਿਹੜਾ ਪੰਚਾਇਤ ਸੈਕਟਰੀ ਹੈ, ਕਈ ਲੋਕਾਂ ਦੇ ਵਿੱਚ ਜੈਲਸ ਪੱਖ ਐਡੇ ਵੱਡੇ ਹੋ ਗਏ ਕਿ ਇਹ ਜਿਹੜੀ ਉਹ ਦੇਖੀ ਨਹੀਂ ਜਾਂਦੀ। ਦੁਆਰ ਹੈਗਾ, ਕਿਰਪਾ ਕਰਕੇ ਉਹ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰ ਲਵੇ, ਕਿਉਂਕਿ ਇਦਾਂ ਦੇ ਕੰਮਾਂ ਨਾਲ ਕਿਸਾਨੀ ਦੇ ਉੱਤੇ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ। ਕਿਸਾਨ ਜਿੱਥੇ ਅੰਨ ਦਾ ਜਨਮਦਾਤਾ ਹੈ, ਉਹ ਇਦਾਂ ਦੇ ਮਾਰੂ ਕੰਮ ਵੀ ਕਰ ਸਕਦਾ ਹੈ, ਕਿਉਂਕਿ ਇਹ ਕਿਸੇ ਕਿਸਾਨ ਦਾ ਕੰਮ ਹੈ, ਕੋਈ ਹੋਰ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ। ਸਵਾਗਤ ਹੈ ਤੁਹਾਡਾ। ਤੁਹਾਨੂੰ ਲੈ ਕੇ ਆਏ ਆ ਇਲਾਕਾ ਭਵਾਨੀਗੜ੍ਹ ਦਾ ਪਿੰਡ ਹੈ ਝਨੇੜੀ। ਇੱਕ ਬਹੁਤ ਦੁਖਦ ਘਟਨਾ ਜਿਹੜੀ ਵਾਪਰੀ ਹੈ। ਕਿਸਾਨੀ ਪਹਿਲੇ ਹੀ ਸੜਕਾਂ ਤੇ ਹੈ, ਪਰ ਜੋ ਕਿਸਾਨ ਖੇਤਾਂ ਦੇ ਵਿੱਚ ਨੇ, ਕਈ ਲੋਕ ਇਹੋ ਜਿਹੇ ਵੀ ਨੇ, ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਤੁਹਾਨੂੰ ਲੈ ਕੇ ਚੱਲਦੇ ਆ ਉੱਥੇ। ਸਾਰੀ ਗੱਲਬਾਤ ਹੈ ਜਿਹੜੀ ਉਹ ਤੁਹਾਨੂੰ ਦੱਸਾਂਗੇ ਕਿ ਪੌਦ ਬੀਜੀ ਗਈ ਸੀ, ਹੁਣ ਜੀਰੀ ਲਾਉਣ ਦਾ ਸਮਾਂ ਆ ਗਿਆ। ਪਰ ਹੈਰਾਨੀਜਨਕ ਗੱਲਾਂ ਨੇ, ਕਾਲੇ ਦਿਲਾਂ ਦੇ ਇਹੋ ਜਿਹੇ ਲੋਕ ਵੀ ਨੇ ਕਿ ਸਪਰੇਹਾਂ ਤੇ ਜੋ ਪੌਦ ਬੀਜੀ ਹੋਈ ਸੀ ਉਹਦੇ ਉੱਪਰ ਇਸ ਤਰ੍ਹਾਂ ਦੀਆਂ ਸਪਰੇਹਾਂ ਕਰਤੀਆਂ ਕਿ ਸਾਰੀ ਪੌਦ ਹੈ ਜਿਹੜੀ ਉਹ ਵੇਸਟ ਹੋ ਗਈ। ਤੁਹਾਨੂੰ ਉਸ ਖੇਤ 'ਚ ਲੈ ਕੇ ਚੱਲਦੇ ਆ, ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਪਿੰਡ ਝਨੇੜੀ, ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਇਹ ਝਨੇੜੀ। ਇੱਥੇ ਲੈ ਆਏ ਆ ਤੇ ਸਾਡੇ ਨਾਲ ਸਾਡੇ ਭਰਾ ਵੀ ਨੇ ਅਮਨਦੀਪ ਸਿੰਘ ਮਾਝਾ ਜੀ। ਤੇ ਕਿਉਂਕਿ ਜੋ ਕਵਰੇਜ ਹੈ ਉਹ ਕਰਨ ਆਏ ਆ ਅਸੀਂ ਝਨੇੜੀ ਪਿੰਡ, ਤੁਹਾਨੂੰ ਦਿਖਾ ਰਹੇ ਹਾਂ। ਇੱਥੋਂ ਆਪਾਂ ਚੱਲਾਂਗੇ ਰੇਤਗੜ੍ਹ ਨੂੰ ਜਾਂਦਾ ਜਿਹੜਾ ਪਹਾ, ਉਸ ਪਹੇ ਤੇ ਦੱਸਿਆ ਗਿਆ ਖੇਤ, ਉੱਥੇ ਆਪਾਂ ਲੈ ਕੇ ਚੱਲਦੇ ਹਾਂ। ਆਜੋ। ਸੋ ਲੈ ਕੇ ਆਇਆ ਤੁਹਾਨੂੰ ਹੁਣ ਝਨੇੜੀ ਦੇ ਉਸ ਖੇਤ 'ਚ ਜਿੱਥੇ ਇਹ ਸਾਰਾ ਕੁਝ ਵਾਪਰਿਆ। ਤੁਹਾਨੂੰ ਲੈ ਕੇ ਚੱਲਾਂਗੇ ਉਸ ਜਗ੍ਹਾ ਤੇ ਜਿੱਥੇ ਪੌਦ ਲਾਈ ਹੋਈ ਸੀ, ਇਹ ਪਨੀਰੀ ਲਾਈ ਹੋਈ ਸੀਗੀ, ਤੇ ਉਹਦੇ ਉੱਪਰ ਹੈਰਾਨੀਜਨਕ ਗੱਲ ਹੈ ਕਿ ਲੋਕ ਐਡੇ ਪਾਪੀ ਵੀ ਹੈਗੇ ਨੇ। ਸਾਰਿਆਂ ਤੋਂ ਜਿਹੜੀਆਂ ਮਾੜੀਆਂ ਗੱਲਾਂ ਗਿਣੀਆਂ ਗਈਆਂ ਨੇ ਇਹ ਜਿਹੜੇ ਇਹ ਗੱਲਾਂ ਬਾਰੇ ਆਪਾਂ ਨੂੰ ਪਿੰਡਾਂ 'ਚ ਆਮ ਜਦੋਂ ਸੁਣਦੇ ਆ ਨਾ, ਤਾਂ ਕਈ ਲੋਕਾਂ ਦਾ ਕਹਿਣਾ ਹੁੰਦਾ ਵੀ ਯਾਰ ਇਹ ਤਾਂ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਫਸਲ ਨੂੰ ਬਰਬਾਦ ਕਰਨਾ, ਪੱਕੀ ਹੋਈ ਫਸਲ ਤੇ ਕੋਈ ਸਪਰੇਅ ਕਰਨਾ, ਜਾਂ ਜਿਵੇਂ ਆ ਹੁਣ ਇਹ ਗੱਲ ਸਾਹਮਣੇ ਆਈ ਹੈ, ਪੌਦ ਸੀ ਜੀਰੀ ਦੀ, ਉਧਰੋਂ ਦਾ ਜੀਰੀ ਲਾਉਣ ਦਾ ਟਾਈਮ ਆ ਰਿਹਾ
ਕਿਉਂਕਿ ਕਿਸਾਨ ਇਸ ਟਾਈਮ ਤਾਂ ਬਿਲਕੁਲ ਫ੍ਰੀ ਨਹੀਂ ਹੁੰਦਾ, ਕਿਉਂਕਿ ਉਹਨੇ ਆਪਣਾ ਖੇਤ ਠੀਕ ਵੀ ਕਰਨਾ ਹੁੰਦਾ, ਸਮਾਰਨਾ ਵੀ ਹੁੰਦਾ, ਉਹਨੂੰ ਜੀਰੀ ਬੀਜਣ ਦੇ ਯੋਗ ਵੀ ਬਣਾਉਣਾ ਹੁੰਦਾ। ਤੇ ਉਧਰੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੋ ਜਾਣ ਇਹ ਬਹੁਤ ਦੁਖਦਾਈ ਨੇ। ਆਪਾਂ ਆ ਗਏ ਹਾਂ ਉਸ ਖੇਤ ਦੇ ਵਿੱਚ, ਮੈਨੂੰ ਲੱਗਦਾ ਬਿਲਕੁਲ ਉਹ ਸਾਹਮਣੇ ਜਿਹੜੀ ਫਸਲ ਜੋ ਪੌਦਾ ਹੈ ਉਹ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਥੱਲੇ ਚੱਲ ਕੇ ਦੇਖਦੇ ਹਾਂ, ਆ ਜਾਓ। ਤੁਹਾਨੂੰ ਉਸੇ ਖੇਤ ਦੇ ਵਿੱਚ ਲੈ ਕੇ ਆਏ ਆ ਜਿਹੜੇ ਖੇਤ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਵੀ ਦੇਖੀਆਂ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋਈਆਂ ਨੇ, ਕਿਉਂਕਿ ਇਲਾਕੇ ਦੇ ਹਰ ਪਿੰਡ ਚੋਂ ਹਰ ਸੂਝਵਾਨ ਵਿਅਕਤੀ ਵੱਲੋਂ ਨਿਖੇਧੀ ਕੀਤੀ ਗਈ ਸੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੌਦ ਹੈ ਜਿਹੜੀ ਉਹ ਬੀਜੀ ਗਈ ਹੈ। ਇਸ ਸਮੇਂ ਕਿਸਾਨ ਸੜਕਾਂ ਤੇ ਵੀ ਬੈਠਾ, ਕਿਸਾਨ ਬਾਰਡਰਾਂ ਤੇ ਵੀ ਬੈਠਾ, ਤੇ ਕੁਝ ਕਿਸਾਨ ਨੇ ਜਿਹੜੇ ਆਪਣੇ ਕੰਮ ਧੰਦੇ ਦੇਖ ਰਹੇ ਨੇ, ਆਪਣੀ ਫਸਲਬਾੜੀ ਨੂੰ ਦੇਖ ਰਹੇ ਨੇ। ਇਹ ਪੌਦ ਬੀਜੀ ਗਈ ਸੀ ਤਾਂ ਕਿ ਸਮਾਂ ਆਉਣ ਤੇ ਜਿਹੜੀ ਜੀਰੀ ਹੈ ਉਹ ਲਾਈ ਜਾ ਸਕੇ। ਜਦੋਂ ਸਮਾਂ ਆਉਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਪੌਦ ਦਾ ਰੰਗ ਦੇਖ ਲਓ, ਕਿੰਨੀ ਕੁ ਜਿਹੜੀ ਦਵਾਈ ਹੈ ਉਹ ਛਿੜਕੀ ਗਈ ਹੋਣੀ। ਕੀ ਸੋਚ ਕੇ ਇਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਜਾਂਦੇ ਨੇ, ਕਿਉਂਕਿ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਲੜਾਈਆਂ ਪੜਾਈਆਂ ਵੀ ਹੁੰਦੀਆਂ ਨੇ, ਕੋਈ ਵਿਚਾਰਕ ਮਤਭੇਦ ਵੀ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ, ਪਰ ਇਸ ਤਰ੍ਹਾਂ ਦੀਆਂ ਮਾੜੀਆਂ ਨੇ ਜਿਹੜੀਆਂ ਉਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ, ਪਰ ਇੱਥੇ ਹੋਈਆਂ ਨੇ। ਆਪਾਂ ਗੱਲਬਾਤ ਕਰਾਂਗੇ, ਇੱਥੇ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਵੀ ਮੌਜੂਦ ਨੇ। ਇੱਕ ਚੱਕਰ ਲਵਾ ਦਿੰਦੇ ਆ ਤੁਹਾਡਾ, ਤੁਸੀਂ ਦੇਖ ਲਓ, ਬਿਲਕੁਲ ਨੇੜੇ ਹੋ ਕੇ ਆਪਾਂ ਦੇਖਦੇ ਹਾਂ। ਇਹ ਵੀ ਦੱਸਿਆ ਗਿਆ ਕਿ ਜਿਵੇਂ ਜਿਵੇਂ ਇਸ ਦਵਾਈ ਤੇ ਸਪਰੇਅ ਮਾਰੀ ਗਈ ਹੈ, ਜਿਵੇਂ ਇਸ ਦਵਾਈ ਤੇ ਸਪਰੇਅ ਮਾਰੀ ਗਈ ਹੈ, ਉਸ ਤੋਂ ਬਾਅਦ ਪਤਾ ਸੀ ਜਾਂ ਨਹੀਂ ਪਤਾ ਸੀ, ਕਿਉਂਕਿ ਪਾਣੀ ਛੱਡਿਆ ਗਿਆ, ਪਾਣੀ ਲੱਗਣ ਸਾਰ ਉਸ ਦਵਾਈ ਨੇ ਪੂਰਾ ਅਸਰ ਦਿਖਾਇਆ, ਆਪਣਾ ਪੂਰਾ ਅਸਰ ਦਿਖਾਇਆ, ਤੇ ਸਾਰੀ ਪੌਦ ਹੈ ਜਿਹੜੀ ਸਾਰੀ ਪੌਦ ਹੈ ਇਹ ਵੇਸਟ ਹੋ ਗਈ ਹੈ, ਇਹ ਬਰਬਾਦ ਹੋ ਗਈ ਹੈ। ਆਪਾਂ ਕਿਸਾਨ ਨਾਲ ਗੱਲਬਾਤ ਕਰਾਂਗੇ ਕਿ ਅਗਲੀ ਰਣਨੀਤੀ ਕੀ ਹੋਊਗੀ, ਕਿਵੇਂ ਹੋਊਗੀ, ਹੈ ਨਾ, ਪੌਦ ਕਿੱਥੋਂ ਲਿਆਂਦੀ ਜਾਊਗੀ, ਤੇ ਕਿੰਨਾ ਕੁ ਜਿਹੜਾ ਨੁਕਸਾਨ ਹੈ ਇਹ ਹੋਇਆ। ਆਪਾਂ ਸਾਰੀ ਗੱਲਬਾਤ ਜਿਹੜੀ ਕਰਦੇ ਹਾਂ, ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਤੇ ਪੀੜਤ ਕਿਸਾਨ ਨੇ ਉਹ ਵੀ ਮੌਜੂਦ ਨੇ। ਆਜੋ ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ, ਤੁਹਾਡਾ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ, ਪਿੰਡ ਝਨੇੜੀ ਜੀ, ਤਹਿਸੀਲ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਜੀ। ਇਹ ਜਿਹੜੀ ਘਿਨਾਉਣੀ ਹਰਕਤ ਕੀਤੀ ਹੈ ਜੀ ਸਾਡੇ ਕਿਸਾਨ ਰਾਜਵੀਰ ਸਿੰਘ ਨਾਲ ਜੀ, ਇਹ ਕਿਸੇ ਨੇ ਬਹੁਤ ਮਾੜੀ ਹਰਕਤ ਕੀਤੀ ਹੈ। ਸਾਡੇ ਪਿੰਡ ਦੇ ਵਿੱਚ ਪਿਛਲੇ ਘੱਟੋ ਘੱਟ 40 ਸਾਲਾਂ ਤੋਂ ਬੜੇ ਮਤਭੇਦ ਸੀ, ਪਾਰਟੀਬਾਜ਼ੀਆਂ ਸੀ, ਪਰ ਇਹੀਆਂ ਜਿਹਾ ਕੰਮ ਸਾਡੇ ਨਗਰ ਦੇ ਵਿੱਚ ਪਹਿਲੀ ਵਾਰੀ ਹੋਇਆ। ਜਿਸ ਵੀ ਕਿਸੇ ਨੇ ਕੀਤਾ ਇਹ ਬਹੁਤ ਜ਼ਿਆਦਾ ਮਾੜਾ ਕੀਤਾ ਹੈ ਜੀ। ਇਸ ਕਿਸਾਨ ਦੇ ਨਾਲ ਸਾਡਾ ਨਗਰ, ਸਾਡੇ ਨਗਰ ਦਾ ਭਾਈਚਾਰਾ ਸਾਰਾ ਖੜਾ ਹੈ ਜੀ। ਇਸ ਕਿਸਾਨ ਨੂੰ ਅਸੀਂ ਜਿਹੜੀ ਪਨੀਰੀ ਹੈ ਉਹ ਵੀ ਦੇਵਾਂਗੇ ਤੇ ਨਾਲ ਕਿਸਾਨ ਦੀ ਮਦਦ ਵੀ ਕਰਾਂਗੇ। ਔਰ ਅਸੀਂ ਇੱਕ ਬੇਨਤੀ ਹੋਰ ਕਰਦੇ ਹਾਂ, ਜੇ ਕਿਸੇ ਨੂੰ ਵੀ ਇਸ ਹਰਕਤ ਦਾ ਪਤਾ ਹੋਵੇ ਉਹਨੂੰ ਅਸੀਂ ਨਗਰ ਦੇ ਵੱਲੋਂ 1 ਲੱਖ ਰੁਪਇਆ ਇਨਾਮ ਦੇਵਾਂਗੇ, ਜਿਹੜਾ ਇਸ ਵਿਅਕਤੀ ਦਾ ਨਾਂ ਦੱਸੂਗਾ। ਪਰਿਵਾਰਾਂ ਦੇ ਵਿੱਚ ਮਤਭੇਦ ਨੇ, ਕਈ ਵਾਰੀ ਪਾਰਟੀਬਾਜ਼ੀ ਵੀ ਹੁੰਦੀ ਹੈ, ਪਰ ਇਹ ਜਿਹੜੀ ਹਰਕਤ ਕੀਤੀ ਹੈ ਰਾਜਵੀਰ ਸਿੰਘ ਨਾਲ ਬਹੁਤ ਮਾੜੀ ਕੀਤੀ ਹੈ ਜੀ। ਇਹਦੀ ਅਸੀਂ ਸਾਰੇ ਨਗਰ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਇਹ ਖਰਾਬ ਹੋ ਚੁੱਕੀ ਹੁਣ ਬਿਲਕੁਲ। ਇਹ ਜਿਹੜੀ ਪਨੀਰੀ ਹੈ ਜੀ, ਜਿਹੜੀ ਰਾਉਂਡ ਅਪ ਦਵਾਈ ਆਉਂਦੀ ਹੈ ਆਪਣੀ, ਉਹ ਮਾਰ ਦਿੱਤੀ ਹੈ 6 ਤਰੀਕ ਦੀ ਰਾਤ ਨੂੰ, 5 ਤਰੀਕ ਦੀ ਔਰ 6 ਤਰੀਕ ਦੀ ਜਿਹੜੀ ਰਾਤ ਹੈ ਉਸ ਨੂੰ ਇਹਦੇ ਉੱਤੇ ਸਪਰੇਅ ਕੀਤੀ ਗਈ ਹੈ ਜੀ। ਜਿਹੜੀ ਇਹ ਪੌਦ ਹੈ ਸਪਰੇਅ ਰਾਤ ਨੂੰ ਹੋਈ, ਤਕਰੀਬਨ ਇਹ ਦਿਨੇ 11 ਕੁ ਵਜੇ ਨੂੰ ਸੁੱਕਣੀ ਸ਼ੁਰੂ ਹੋ ਗਈ, ਸ਼ਾਮ ਤੱਕ ਇਹ ਸੁੱਕ ਕੇ ਬਿਲਕੁਲ ਨਸ਼ਟ ਹੋ ਗਈ। ਇਹ ਤੁਹਾਨੂੰ ਇਸ ਗੱਲ ਦਾ ਕਦੋਂ ਪਤਾ ਲੱਗਿਆ ਭਾਵ? ਇਹ ਸਾਨੂੰ 11 ਵਜੇ ਪਤਾ ਲੱਗਣਾ ਸ਼ੁਰੂ ਹੋਇਆ ਜੀ, ਜਦੋਂ ਲਾਈਟ ਆਈ। ਅਸੀਂ ਸਵੇਰੇ ਆ ਕੇ ਇਹਨੂੰ ਪਾਣੀ ਲਾਇਆ ਕਿਸਾਨ ਨੇ, ਉਸ ਤੋਂ ਬਾਅਦ ਇਹ ਸੁੱਕਣੀ ਮੁਰਝਾਉਣੀ ਸ਼ੁਰੂ ਹੋ ਗਈ ਜੀ।
ਜਿਵੇਂ ਆਪਣੀਆਂ ਵੱਟਾਂ ਡੌਲਾਂ ਤੋਂ ਰਾਉਂਡ ਅਪ ਨਾਲ ਕੱਖ ਸੁੱਕ ਜਾਂਦੇ ਨੇ, ਉਸ ਹਿਸਾਬ ਦੇ ਨਾਲ ਇਹ ਸੁੱਕਣੀ ਸ਼ੁਰੂ ਹੋ ਗਈ। ਕਿਸਾਨ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਨਾਲ ਕਿਸੇ ਨੇ ਬਹੁਤ ਮਾੜੀ ਹਰਕਤ ਕੀਤੀ ਹੈ, ਜਿਹੜੀ ਮੇਰੀ ਪਨੀਰੀ ਹੈ 100-125 ਬਿੱਗੇ ਦੀ ਇਹ ਖੇਤੀ ਕਰਦਾ ਹੈ, ਵੀ ਮੇਰੀ ਪਨੀਰੀ ਹੈ ਜਿਹੜੀ ਕਿਸੇ ਨੇ ਸਪਰੇਅ ਕਰਕੇ ਮਾਰੀ। ਸਾਡੇ ਨਾਲ ਹੋਰ ਵੀਰ ਵੀ ਹੈਗੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ ਤੁਹਾਡਾ ਨਾਮ? ਗੁਰਜਿੰਦਰ ਸਿੰਘ ਹੈ ਜੀ। ਗੁਰਜਿੰਦਰ ਜੀ ਕੀ ਕਹੋਗੇ, ਕਿਉਂਕਿ ਸਮਾਜ ਦੇ ਵਿੱਚ ਇਹਨੂੰ ਬਹੁਤ ਮਾੜਾ ਜਿਹੜਾ ਇਸ ਟਾਈਮ ਕਿਹਾ ਜਾ ਰਿਹਾ, ਸਾਰੇ ਪਾਸਿਓਂ ਨਿਖੇਧੀ ਹੋ ਰਹੀ ਹੈ, ਇਹਦੇ ਬਾਰੇ ਕਦੋਂ ਪਤਾ ਲੱਗਿਆ ਤੁਹਾਨੂੰ? ਇਹਦੇ ਬਾਰੇ ਤਾਂ ਸਾਨੂੰ 6 ਤਰੀਕ ਨੂੰ ਸਵੇਰੇ 10-11 ਵਜੇ ਪਤਾ ਲੱਗਿਆ ਜੀ। ਕਹਾਂਗੇ ਤਾਂ ਕਿ ਜੀ ਹੁਣ ਬੰਦੇ ਇਹ ਪਤਾ ਨਹੀਂ ਕਹੇ ਜਿਹੇ ਸਮਾਜ 'ਚ ਪੈਦਾ ਹੋ ਜਾਂਦੇ ਨੇ ਜੀ। ਇਹ ਬਹੁਤ ਮਾੜੀ ਗੱਲ ਕਰੀ ਇਹਨਾਂ ਨੇ, ਕਿਸੇ ਨੇ ਵੀ ਕਰੀ ਹੈ ਰਣਵੀਰ ਸਿੰਘ ਨਾਲ ਜੀ। ਇਹਦੀ ਬਹੁਤ ਸਾਰੀ ਨਸ਼ਟ ਕਰਤੀ ਜੀ ਇਹ ਕਿੰਨਾ ਕੁ ਨੁਕਸਾਨ ਹੈ ਜਿਹੜਾ ਹੋ ਗਿਆ ਲੱਗਦਾ? ਹੁਣ ਅਗਲਾ ਜਿਹੜਾ ਇਹਨਾਂ ਦਾ ਪੜਾਅ ਹੋਊਗਾ ਉਹ ਕਿੰਨਾ ਕੁ ਮੁਸ਼ਕਲ ਹੋਊਗਾ? ਮੁਸ਼ਕਲ ਦਾ ਹੀ ਆਪਾਂ ਅੱਜ ਕੱਲ੍ਹ ਕੋਈ ਖੇਤੀ ਨਹੀਂ ਹੈਗੀ ਜੀ। ਅੱਜ ਆਪਣੇ ਖੇਤ ਦੇ ਵਿੱਚ ਇਕੱਲੀ ਪੌਦੇ ਹੁੰਦੇ ਆ। ਅਸੀਂ ਸਵੇਰੇ ਉੱਠ ਕੇ ਘਰੋਂ ਆਉਂਦੇ ਆ, ਪੌਦੇ ਸਹਾਰੇ ਖੜਦੇ ਆ ਜੀ, ਵੀ ਇਹਨੂੰ ਪਾਣੀ ਲਾਉਣੇ ਆ, ਫਿਰ ਜੀ। ਸਾਡੀ ਖੇਤੀ ਹੋਊਗੀ ਜੀ। ਅੱਛਾ, ਜਿਵੇਂ ਹੁਣ ਇਹ ਪੌਦ ਖਰਾਬ ਹੋ ਗਈ, ਇਹ ਮੁੱਲ ਲੈਣਗੇ ਤਾਂ ਉਹ ਕਿੰਨੇ ਕੁ ਦੀ ਜਿਹੜੀ ਆ ਜਾਊਗੀ ਮਟਰ? ਮੁੱਲ ਦਾ ਜੀ ਮਿਲਦੀ ਹੁੰਦੀ ਹੈ ਜੀ, ਮੁੱਲ ਦਾ ਜੇ ਅੱਛਾ। ਇੱਕ ਗੱਲ ਹੋਰ ਦੱਸਦੀ ਹੈ, ਕਿਉਂਕਿ ਸਾਰੇ ਪਾਸੇ ਜ਼ੋਰ ਹੁੰਦਾ ਹੈ, ਇੱਕ ਹੋਰ ਬਹੁਤ ਵੱਡੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹਨਾਂ ਨੂੰ ਬਹੁਤ ਮੁਸ਼ਕਲ ਹੋਊਗੀ ਮੁੱਲ ਵੀ ਲੈਣ ਵਾਸਤੇ, ਕਿਉਂਕਿ ਇਹ ਜਿਹੜੀ ਪਨੀਰੀ ਹੁੰਦੀ ਹੈ, ਇਹ ਪੌਦ ਹੁੰਦੀ ਹੈ, ਇਹਦੀ ਹੁਣੀ ਲਾਗਤ ਹੁੰਦੀ ਹੈ। ਤੇ ਹੋਰ ਵੀਰ ਸਾਡੇ ਮੌਜੂਦ ਨੇ, ਆ ਜਾਓ ਵੀਰ ਜੀ। ਵੀਰ ਜੀ ਤੁਹਾਡਾ ਨਾਮ? ਜੀ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ। ਇਹ ਸਾਡਾ ਆਪਣਾ ਖੇਤ ਹੈ ਜੀ। ਮੈਂ ਦੱਸ ਦਿਆਂ ਤੁਹਾਨੂੰ ਕਿ ਇਹ ਜਿਹੜੀ ਪਨੀਰੀ ਤਿਆਰ ਕੀਤੀ ਗਈ ਸੀ, ਇਹਨੂੰ ਲਗਭਗ 1 ਮਹੀਨੇ ਦਾ ਸਮਾਂ ਪਹਿਲਾਂ ਲੱਗ ਜਾਂਦਾ ਹੈ। ਜਦੋਂ ਅਸੀਂ ਤਿਆਰ ਕਰਦੇ ਹਾਂ ਸ਼ੁਰੂ ਤੋਂ ਜੀ। ਲਗਭਗ 80 ਤੋਂ 90 ਵਿਗੇ ਵਾਹਣ ਦੀ ਅਸੀਂ ਇਹ ਤਿਆਰ ਕੀਤੀ ਸੀ, ਜਿਹਦੇ ਤੇ ਲਗਭਗ 70 ਤੋਂ 80 ਹਜ਼ਾਰ ਰੁਪਏ ਖਰਚਾ ਆ ਜਾਂਦਾ ਪਹਿਲਾਂ ਜੀ। ਪਰ ਅਸੀਂ ਦੋਨੇ ਭਰਾ, ਮੈਂ ਖੁਦ ਟੀਚਰ ਹਾਂ ਤੇ ਮੇਰਾ ਬ੍ਰਦਰ ਹੈ ਜਿਹੜਾ ਪੰਚਾਇਤ ਸੈਕਟਰੀ ਹੈ ਜੀ। ਕਈ ਲੋਕਾਂ ਦੇ ਵਿੱਚ ਜੈਲਸ ਪੱਖ ਐਡੇ ਵੱਡੇ ਹੋ ਗਏ ਕਿ ਉਹਨਾਂ ਤੋਂ ਤਰੱਕੀ ਹੈ ਜਿਹੜੀ ਉਹ ਦੇਖੀ ਨਹੀਂ ਜਾਂਦੀ। ਅਜੀਬ ਕਿਸਮ ਦੇ ਢੰਗਾਂ ਨਾਲ ਕਾਇਰਾਂ ਵਾਂਗੂ ਲੁਕ ਕੇ ਇਹੋ ਜਿਹੇ ਗੰਦੇ ਘਿਨਾਉਣੇ ਜਿਹੜੇ ਕੰਮ ਨੇ ਉਹ ਕਰਨਾ ਉਹਨਾਂ ਨੇ ਸ਼ੁਰੂ ਕਰ ਲਏ। ਪਰ ਜੋ ਵੀ ਕੋਈ ਹੈਗਾ, ਮੈਂ ਚੈਲੰਜ ਕਰਦਾ ਇਸ ਚੀਜ਼ ਨੂੰ ਵੀ ਉਹ ਸਾਹਮਣੇ ਆਵੇ। ਜੇਕਰ ਮਨ ਦੇ ਵਿੱਚ ਕੋਈ ਕਿਸੇ ਵੀ ਕਿਸਮ ਦਾ ਕੋਈ ਗੁਆਰ ਹੈ ਤਾਂ ਸਾਹਮਣੇ ਖੜ ਕੇ ਕੱਢੇ। ਇਦਾਂ ਦੀਆਂ ਨੀਚ ਹਰਕਤਾਂ ਕਰਕੇ ਆਪਣੇ ਆਪ ਨੂੰ ਹੋਰ ਘਟੀਆ ਸਾਬਤ ਕਰ ਲੈਣਾ, ਇਸ ਤੋਂ ਬਿਨਾ ਉਹਨਾਂ ਨੇ ਕੀ ਕਰਨਾ ਜੀ। ਦੂਜੀ ਗੱਲ ਇੱਕ ਹੋਰ ਮੈਂ ਦੱਸ ਦੇਵਾਂ ਕਿ ਪਿੰਡ ਵਾਸੀ ਜਿੰਨੇ ਵੀ ਇਸ ਪਿੰਡ ਦੇ ਨੇ ਉਹ ਸਾਡੇ ਨਾਲ ਨੇ। ਉਹਨਾਂ ਸਾਰਿਆਂ ਨੇ ਸਾਨੂੰ ਇਸ ਚੀਜ਼ ਲਈ ਬੜਾ ਹੌਸਲਾ ਦਿੱਤਾ ਹੈ ਕਿ ਉਹ ਸਾਡੇ ਨਾਲ ਨੇ। ਹਾਂ, ਇੱਕ ਗੱਲ ਇਹ ਜ਼ਰੂਰ ਹੈ ਕਿ ਫਸਲ ਜੋ ਅਸੀਂ ਟਾਈਮ ਸਿਰ ਆਪਣੀ ਬੀਜਣੀ ਸੀ, ਟਾਈਮ ਸਿਰ ਇਹ ਪਨੀਰੀ ਹੈ ਜਿਹੜੀ ਪੁੱਟ ਕੇ ਲਾਉਣੀ ਸੀ, ਪਰ ਇਹ ਹੁਣ ਲੇਟ ਹੋ ਜਾਏਗੀ, ਕਿਉਂਕਿ ਜਿਹੜੇ ਬੰਦਿਆਂ ਨੇ ਆਪਣੇ ਲਈ ਪੌਦ ਬੀਜੀ ਹੈ ਤਾਂ ਉਹ ਆਪਣੀ, ਜਦੋਂ ਉਹਨਾਂ ਨੇ ਆਪਣੀਆਂ ਫਸਲਾਂ ਲਗਾ ਕੇ ਫੇਰ ਹੀ ਸਾਨੂੰ ਦੇ ਸਕਦੇ ਨੇ, ਕਿਉਂਕਿ ਉਹਨਾਂ ਦੀਆਂ ਆਪਣੀਆਂ ਪਲਾਨਿੰਗਸ ਨੇ। ਜੇ ਅਸੀਂ ਇਹਨਾਂ ਤੋਂ ਪਿੱਛੇ ਹਟ ਕੇ ਜਾਂਦੇ ਹਾਂ ਤਾਂ ਉਹ ਉਹਨਾਂ ਲਈ ਵੀ ਸਹੀ ਨਹੀਂ ਹੈਗਾ ਤੇ ਸਾਡੇ ਲਈ ਵੀ ਸਹੀ ਨਹੀਂ ਹੈਗਾ। ਇਸ ਕਰਕੇ ਇਹ ਦੇਖਣਾ ਸਾਡੇ ਲਈ ਵੀ ਜ਼ਰੂਰੀ ਹੈ ਵੀ ਅਸੀਂ ਪਹਿਲਾਂ ਉਹਨਾਂ ਦਾ ਕੰਮ ਪੂਰਾ ਹੋਣ ਦਈਏ, ਭਾਵੇਂ ਕਿ ਉਹ ਸਾਨੂੰ ਇਸ ਗੱਲ ਦਾ ਹੌਸਲਾ ਦੇ ਰਹੇ ਨੇ ਕਿ ਅਸੀਂ ਆਪਣੀਆਂ ਫਸਲਾਂ ਬਾਅਦ 'ਚ ਬੀਜਾਂਗੇ, ਪਹਿਲਾਂ ਤੁਹਾਨੂੰ ਪਨੀਰੀ ਦੇਵਾਂਗੇ। ਪਰ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਹੈ। ਪਰ ਸਮਾਜ ਇਸ ਲੈਵਲ ਤੱਕ ਗਿਰ ਗਿਆ ਕਿ ਸਾਨੂੰ ਇਹ ਗੱਲ ਹੁਣ ਸਮਝਾਉਣੀ ਬੜੀ ਔਖੀ ਹੈ। ਜੇ ਕਿਸੇ ਦੇ ਮਨ 'ਚ ਕੋਈ ਗੁਆਰ ਹੈਗਾ, ਕਿਰਪਾ ਕਰਕੇ ਉਹ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰ ਲਵੇ, ਕਿਉਂਕਿ ਇਦਾਂ ਦੇ ਕੰਮਾਂ ਨਾਲ ਕਿਸਾਨੀ ਦੇ ਉੱਤੇ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ। ਕਿਸਾਨ ਜਿੱਥੇ ਅੰਨ ਦਾ ਜਨਮਦਾਤਾ ਹੈ, ਉਹ ਇਦਾਂ ਦੇ ਮਾਰੂ ਕੰਮ ਵੀ ਕਰ ਸਕਦਾ ਹੈ, ਕਿਉਂਕਿ ਇਹ ਕਿਸੇ ਕਿਸਾਨ ਦਾ ਕੰਮ ਹੈ, ਕੋਈ ਹੋਰ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ। ਤੇ ਉਹਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਇੱਕ ਸਾਰੇ ਲੋਕਾਂ ਦੇ ਅੱਗੇ ਇੱਕ ਵੱਡੀ ਕਿਸਾਨੀ ਨੂੰ ਇਸ ਤਰ੍ਹਾਂ ਪੇਸ਼ ਕਰ ਦੇਣਾ, ਇੱਕ ਉਹਦੀ ਘਟੀਆ ਜਿਹੜੀ ਹਰਕਤ ਹੈ ਉਹਦੇ ਨਾਲ ਇਸ ਹੱਦ ਤੱਕ ਆ ਜਾਣਾ ਬਹੁਤ ਜ਼ਿਆਦਾ ਘਿਨਾਉਣੀ ਹਰਕਤ ਹੈ। ਆਪਣੇ ਆਪ ਨੂੰ ਜੋ ਵੀ ਕੋਈ ਗੰਦਾ ਕੰਮ ਕਰਨ ਵਾਲਾ ਬੰਦਾ ਹੈ ਉਹ ਸੁਧਾਰੇ ਤੇ ਸਹੀ ਰੂਪ ਦੇ ਵਿੱਚ ਸਾਹਮਣੇ ਆ ਕੇ ਗੱਲ ਕਰੇ। ਧੰਨਵਾਦ। ਸੋ ਇਹ ਸਨ ਕਿਸਾਨ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ, ਇਹ ਬਹੁਤ ਮਜ਼ਬੂਤ ਹੈ। ਇਹ ਵੀ ਗੱਲਾਂ ਨੇ ਜਿਹੜੀਆਂ ਇਹ ਨਾਲੋਂ ਨਾਲ ਚੱਲਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ। ਆਪਸੀ ਭਾਈਚਾਰਕ ਸਾਂਝ ਦੇ ਹੁੰਦਿਆਂ ਪਿੰਡ ਵਾਸੀ ਨਾਲ ਦੀ ਨਾਲ
ਮੋਢੇ ਤੇ ਪਿੱਛੇ ਪਿੱਠ ਤੇ ਆ ਕੇ ਖੜੇ ਹੋਏ ਨੇ। ਉਹਨਾਂ ਨੇ ਕਿਹਾ ਕਿ ਜਿੰਨਾ ਵੀ ਨੁਕਸਾਨ ਹੋਇਆ ਕੋਈ ਗੱਲ ਨਹੀਂ, ਸਾਰੇ ਖੜੇ ਆ, ਸਾਰੇ ਰਲ ਮਿਲ ਕੇ ਕਰਾਂਗੇ। ਪਰ ਟੀਮ ਮਾਲਵਾ ਵੀ ਅਪੀਲ ਕਰਦੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਹੋ ਸਕਦੀ ਹੈ। ਬਹੁਤ ਦੁਖਦਾਈ ਹੈ ਇਹ, ਬਹੁਤ ਦੁੱਖ ਦੇਣ ਵਾਲੀਆਂ ਗੱਲਾਂ ਨੇ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਮਰਿਆ ਹੋਇਆ, ਕਿਸਾਨ ਤਾਂ ਪਹਿਲਾਂ ਹੀ ਦੁਖੀ ਆ, ਹੋਰ ਖਰਚਿਆਂ ਨੇ ਮਾਰ ਰੱਖਿਆ, ਹੁਣ ਇਹ ਡਬਲ ਖਰਚੇ ਨੇ ਜਿਹੜੇ ਇਹ ਖੜੇ ਹੋ ਗਏ ਨੇ। ਸੋ ਅਪੀਲ ਟੀਮ ਮਾਲਵਾ ਦੀ ਵੀ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਤੋਂ ਬਚਿਆ ਜਾਵੇ। ਪੰਜਾਬ ਦੀ ਜਿਹੜੀ ਅਸਲੀ ਤਸਵੀਰ ਹੈ, ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਹੈ, ਉਸ ਨੂੰ ਉਜਾਗਰ ਕਰਿਆ ਜਾਵੇ, ਨਾ ਕਿ ਕਿਸੇ ਦਾ ਨੁਕਸਾਨ ਕਰਿਆ ਜਾਵੇ। ਮਾਲਵਾ MBTV ਤੋਂ ਗੁਰਵਿੰਦਰ ਸਿੰਘ ਰੋਮੀ ਨਾਲ ਯੁਵਰਾਜ ਹਸਨ ਦੀ ਰਿਪੋਰਟ। ਧੰਨਵਾਦ। ਜਿਹੜੀ ਬਚ ਗਈ ਉਹਦੇ ਸਿੱਟੇ ਦਿਖਦੇ ਨੇ ਜੀ ਭਾਈ ਜੀ। ਤਾਂ ਕਰਕੇ ਚਲੋ ਸਹੀ ਹੈ ਗੱਲ। ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਇਸ ਕਰਕੇ ਜਦੋਂ ਉਹਨੇ ਇਸ ਮੌਕੇ ਦੀ ਤਾੜ ਨੂੰ ਦੇਖਦਿਆਂ ਹੋਇਆਂ ਰਾਉਂਡ ਅਪ ਦੀ ਜਿਹੜੀ ਸਪਰੇਅ ਹੈ ਇਹਦੇ ਉੱਪਰ ਕਰ ਦਿੱਤੀ। ਇਹ ਤੁਹਾਨੂੰ ਕੀ ਲੱਗਦਾ ਰਾਉਂਡ ਅਪ ਦੀ ਸਪਰੇਅ ਜਿਵੇਂ ਦੇ ਇਹਦੇ ਹਾਲਾਤ ਨੇ? ਬਿਲਕੁਲ ਜੀ, ਕਿਉਂਕਿ ਇਹ ਜਿਹੜੀ ਦੋ ਤਰ੍ਹਾਂ ਦੀ ਦਵਾਈ ਆਉਂਦੀ ਹੈ, ਇਹ ਇੱਕ ਪੁੜੀਆਂ ਦੇ ਵਿੱਚ ਸੁੱਕੀ ਦਵਾਈ ਆਉਂਦੀ ਹੈ। ਜਦੋਂ ਉਹਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਇਮੀਡੀਏਟ ਰਿਐਕਸ਼ਨ ਹੁੰਦਾ ਹੈ, ਕਿਉਂਕਿ ਜੇਕਰ ਵੈਸੇ ਰਾਉਂਡ ਅਪ ਦੀ ਕਰਦੇ ਹਾਂ ਆਪਾਂ ਤਾਂ ਉਹਦੇ ਨਾਲ 3 ਤੋਂ 4 ਦਿਨ ਲੱਗਦੇ ਨੇ ਸੁੱਕਣ ਨੂੰ, ਪਰ ਇਹ ਇਮੀਡੀਏਟ ਦੂਸਰੇ ਦਿਨ ਹੀ ਸੁਕਾਉਣਾ ਸ਼ੁਰੂ ਕਰ ਦਿੰਦੀ ਹੈ। ਠੀਕ ਹੈ, ਜਿਸ ਤੋਂ ਕਲੀਅਰ ਹੈ ਵੀ ਉਹਦੀ ਮਨਸ਼ਾ ਇਹ ਸੀ ਕਿ ਜਲਦੀ ਤੋਂ ਜਲਦੀ ਹੈ ਜਿਹੜਾ ਨੁਕਸਾਨ ਹੈ ਜਿਹੜਾ ਉਹ ਮੈਂ ਕਰ ਦੇਵਾਂ। ਠੀਕ ਹੈ। ਇਹ ਪਨੀਰੀ ਕਦੋਂ ਲਗਾਈ ਸੀ ਤੁਸੀਂ, ਕਿੰਨੇ ਦਿਨ ਦੀ ਹੋ ਚੁੱਕੀ ਸੀ ਤੇ ਕਦੋਂ ਲੱਗਣ ਨੂੰ ਤਿਆਰ ਸੀ ਇਹ? 2 ਦਿਨਾਂ ਨੂੰ ਲੱਗਣ ਨੂੰ ਤਿਆਰ ਸੀਗੀ, ਕਿਉਂਕਿ ਸਾਡੇ ਕੋਲ ਪਹਿਲਾਂ ਹੀ 18-19 ਵਿਗੇ ਵਾਹਣ ਅਸੀਂ ਤਿਆਰ ਕਰ ਲਿਆ ਸੀ, ਜਿਹਦੇ ਵਿੱਚ ਅਸੀਂ ਇਹ ਪਨੀਰੀ ਲਾਉਣੀ ਸੀ। ਪਰ ਹੋ ਸਕਦਾ ਉਹਨਾਂ ਨੂੰ ਕਰਨ ਵਾਲੇ ਬੰਦੇ ਨੂੰ ਇਸ ਗੱਲ ਦਾ ਵੀ ਇਲਮ ਹੋਵੇ ਵੀ ਇਹਨਾਂ ਨੇ 2 ਦਿਨ ਬਾਅਦ ਯੂਜ਼ ਕਰਨੀ ਹੈ, ਤੇ ਲਗਭਗ 1.25 ਮਹੀਨਾ ਲੱਗ ਜਾਂਦਾ ਜੀ ਇਹਨੂੰ ਤਿਆਰੀ ਕਰਾਉਣ ਨੂੰ। ਸ਼ੁਰੂ ਤੋਂ ਤਿਆਰੀ ਤੋਂ ਲੈ ਕੇ ਹੁਣ ਤੱਕ ਦਾ ਪ੍ਰੋਸੈਸ ਹੈ ਜਿਹੜਾ ਅਸੀਂ ਉਹ ਫੋਲੋ ਕੀਤਾ ਪ੍ਰੋਪਰ। ਹਰ ਇੱਕ ਕਿਸਾਨ ਉਸੇ ਤਰ੍ਹਾਂ ਕਰਦਾ ਹੈ। ਠੀਕ ਹੈ। ਤੇ ਆਪਣੇ ਸੁਪਨਿਆਂ ਦੀ ਫਸਲ ਬੋਣ ਲਈ ਤਿਆਰੀ ਕੀਤੀ ਹੋਈ ਸੀ, ਤੇ ਕਿਸੇ ਮਾੜੇ ਮੰਦਭਾਗੇ ਬੰਦੇ ਨੇ ਇਹ ਅੰਜਾਮ ਦੇ ਦਿੱਤਾ। ਪਰ ਰਾਜਵੀਰ ਜੀ, ਅਕਸਰ ਆਪਾਂ ਦੇਖਦੇ ਹਾਂ ਮੋਟਰਾਂ ਤੋਂ ਕੇਬਲਾਂ ਚੋਰੀ ਹੋ ਜਾਂਦੀਆਂ ਨੇ, ਟਰਾਂਸਫਾਰਮਰ ਚੋਰੀ ਹੋ ਜਾਂਦੇ ਨੇ। ਉਹ ਕਿਉਂ ਚੋਰੀ ਹੁੰਦੇ ਨੇ? ਕਿਉਂਕਿ ਉਹ ਵੇਚ ਕੇ ਮੁਨਾਫਾ ਜੇਬ 'ਚ ਆ ਜਾਂਦਾ। ਪਰ ਇਹ ਇਸ ਤਰ੍ਹਾਂ ਦੀ ਘਟਨਾ ਨਾਲ ਅਗਲੇ ਨੂੰ ਕੀ ਫਾਇਦਾ ਹੋਣ ਵਾਲਾ? ਜੇ ਚੋਰ ਦੀ ਘਟਨਾ ਤਾਂ ਨਹੀਂ ਹੈ ਇਹ, ਕਿਹਨੂੰ ਕੀ ਫਾਇਦਾ ਹੋ ਜਾਣਾ ਇਹਦੇ ਨਾਲ? ਇਹਦੇ ਨਾਲ ਇਸ ਗੱਲ ਤੋਂ ਇੱਕੋ ਹੀ ਕਲੀਅਰ ਹੈ ਕਿ ਇਸ ਦੀ ਦਵਾਈ ਪਾ ਕੇ ਉਲਟਾ ਉਹਨੇ 20-50 ਰੁਪਏ ਦੀ ਦਵਾਈ ਆਪਣੇ ਕੋਲੋਂ ਖਰਚੀ ਹੈ। ਕਲੀਅਰ ਹੈ ਵੀ ਉਹ ਆਪਣੇ ਪੈਸੇ ਇਸ ਲਈ ਉਹਨੇ ਖਰਚੇ ਕਿ ਉਹ ਸਾਡਾ ਜਾਤੀ ਤੌਰ ਤੇ ਨੁਕਸਾਨ, ਡਾਇਰੈਕਟ ਆਰਥਿਕ ਤੌਰ ਤੇ ਨੁਕਸਾਨ ਹੈ ਜਿਹੜਾ ਕਰਨਾ ਚਾਹੁੰਦਾ ਹੈ। ਠੀਕ ਹੈ। ਹੋਰ ਉਹਦੇ ਅੱਗੇ ਉਹਨੇ ਕੀ ਸੋਚਿਆ ਹੋਣਾ ਉਹ ਉਹਦੇ ਤੇ ਡਿਪੈਂਡ ਹੈ, ਪਰ ਇਹ ਗੱਲ ਕਲੀਅਰ ਹੈ ਕਿਉਂਕਿ ਇਹਦੇ ਉੱਤੇ ਦਵਾਈ ਪਾ ਕੇ ਤਾਂ ਉਹਨੂੰ ਕੋਈ ਇਸ ਚੀਜ਼ ਦਾ ਕੋਈ ਜਾਣੀ ਆਮਦਨ ਨਹੀਂ ਹੋਈ। ਠੀਕ ਹੈ। ਪਰ ਤੁਹਾਡਾ ਤਾਂ ਵੱਡਾ ਨੁਕਸਾਨ ਕਰਤਾ। ਬਿਲਕੁਲ ਜੀ, ਕਾਫੀ ਵੱਡਾ ਨੁਕਸਾਨ ਹੈ।
ਨੁਕਸਾਨ ਐਡਾ ਵੱਡਾ ਵੀ ਇੱਕ ਵਾਰੀ ਬੰਦਾ ਜਿਹੜਾ ਸਦਮੇ 'ਚ ਜਾਣ ਵਾਲੀ ਗੱਲ ਹੈ, ਪਰ ਪਿੰਡ ਦੇ ਲੋਕਾਂ ਨੇ ਸਹਿਯੋਗ ਦਿੱਤਾ ਇਸ ਗੱਲ ਲਈ ਕਿ ਹੌਸਲਾ ਦਿਵਾਇਆ, ਜਿਹਦੇ ਕਰਕੇ ਅੱਜ ਇੱਥੇ ਫਿਰ ਖੜੇ ਹਾਂ। ਠੀਕ ਹੈ, ਫਿਰ ਵੀ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਨੁਕਸਾਨ ਹੋਇਆ, ਕਿਵੇਂ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ? ਕਹਿਣ ਦਾ ਮਤਲਬ ਵੀ ਕਿਉਂਕਿ ਹਰ ਇੱਕ ਕਿਸਾਨ ਕਿਸੇ ਦੀ 10 ਕਿੱਲੇ ਨੇ, 5 ਕਿੱਲੇ ਨੇ, 7 ਕਿੱਲੇ, ਉਹਦੇ ਅਕੋਰਡਿੰਗ ਅਗਲਾ ਆਪਣੀ ਪਨੀਰੀ ਲਗਾਉਂਦਾ, ਕਿਉਂਕਿ ਵਾਧੂ ਤਾਂ ਲਗਾਉਂਦਾ ਹੀ ਨਹੀਂ। ਤੁਹਾਨੂੰ ਕੀ ਲੱਗਦਾ ਮਤਲਬ ਕਿਤੇ ਨਾ ਕਿਤੇ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਤਾਂ ਪੈਣਾ ਹੀ ਆ? ਬਿਲਕੁਲ ਪੈ ਸਕਦਾ ਜੀ, ਕਿਉਂਕਿ ਲੇਬਰ ਸੀ ਜਿਹੜੀ, ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਜੋ ਅਸੀਂ ਨੇ ਝੋਨੇ ਲਈ ਨੁਮਾਇੰਦਗੀ ਕੀਤੀ ਸੀ, ਜਿਸ ਤੋਂ ਲਵਾਉਣੀ ਸੀ, ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਕਿਤੋਂ ਬਾਹਰੋਂ ਉਧਾਰ ਪਨੀਰੀ ਲਵਾਂਗੇ, ਤੇ ਉਹ ਸਾਨੂੰ ਜਵਾਬ ਦੇ ਗਏ ਇੱਕ ਵਾਰ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਦੂਰੋਂ ਪੱਟ ਕੇ ਲਿਆਵਾਂਗੇ ਤੇ ਇੱਥੇ ਕਿਉਂ ਲਾਈਏ ਅਸੀਂ, ਕਿਉਂਕਿ ਰੇਟ ਜੋ ਸਾਡੇ ਨਾਲ ਪਹਿਲਾਂ ਫਾਈਨਲ ਹੋਇਆ ਸੀ ਉਹਦੇ ਮੁਤਾਬਕ ਉਹਨਾਂ ਨੇ ਕੰਮ ਕਰਨਾ ਪੈਣਾ ਸੀ, ਉਹ ਵੀ ਮਨਾ ਕਰ ਗਏ ਨੇ। ਤੇ ਦੂਜਾ ਇਹ ਹੈ ਵੀ ਜਿਹੜੇ ਬਾਕੀ ਜਿੰਨੇ ਵੀ ਕਿਸਾਨ ਭਰਾ ਸਾਡੇ ਜਿਹੜੇ ਨਾਲ ਦੇ ਨੇ, ਜਿਨ੍ਹਾਂ ਨੇ ਤਿਆਰੀ ਕੀਤੀ ਹੋਈ ਹੈ ਆਪਣੇ ਖੇਤ ਦੇ ਵਿੱਚ ਆਪਣੀ ਫਸਲ ਲਗਾਉਣ ਦੀ, ਉਹਨਾਂ ਨੇ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਹੀ ਜਿਹੜੀ ਇਹ ਫਸਲ ਹੈ ਜਿਹੜੀ ਉਹ ਬੀਜੀ ਹੋਈ ਹੈ, ਪਨੀਰੀ ਹੈ ਜਿਹੜੀ ਤਿਆਰ ਕੀਤੀ ਹੋਈ ਹੈ। ਤੇ ਸੋ ਸਾਨੂੰ ਥੋੜਾ ਜਿਹਾ ਵੇਟ ਵੀ ਕਰਨਾ ਪੈਣਾ ਜਦੋਂ ਤੱਕ ਉਹ ਆਪਣਾ ਤਿਆਰ ਕਰਕੇ ਫੇਰ ਹੀ ਅਸੀਂ ਉਹਨਾਂ ਤੋਂ ਲੈ ਸਕਦੇ ਹਾਂ। ਇਨਸਾਨੀਅਤ ਦੇ ਤੌਰ ਤੇ ਵੀ ਸਾਨੂੰ ਹੁਣ ਵੇਟ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਕਿ ਤੁਸੀਂ ਸਾਨੂੰ ਪਹਿਲਾਂ ਦੇ ਦਿਓ, ਆਪਣੇ ਆਪ ਤੁਸੀਂ ਬਾਅਦ ਚ ਲਗਾਏ। ਉਹੀ ਗੱਲ ਸੋਚ ਰਹੇ ਹਾਂ, ਕਿਵੇਂ ਦੀਆਂ ਸੋਚਾਂ ਹੋ ਗਈਆਂ, ਇਨਸਾਨ ਆ ਇੱਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਿਹਾ, ਕਿਵੇਂ ਦੇਖਦੇ ਹੋ ਤੁਸੀਂ? ਅਸਲ 'ਚ ਸਮਾਜ ਦੇ ਦੋ ਪਹਿਲੂ ਨੇ। ਪਿੰਡ ਲੈਵਲ ਤੇ ਰੰਜਿਸ਼ਾਂ ਆਮ ਤੌਰ ਤੇ ਸੁਣਿਆ ਜਾਂਦਾ ਹੈ ਵੀ ਕਿਸੇ ਨੂੰ ਕਿਸੇ ਪ੍ਰਤੀ ਕੋਈ ਗਿਲਾ ਹੋ ਸਕਦਾ ਹੈ, ਪਰ ਆਰਥਿਕ ਤੌਰ ਤੇ ਇਸ ਤਰ੍ਹਾਂ ਨੁਕਸਾਨ ਕਰਨਾ, ਇੱਕ ਬੇਜਾਨ ਬੂਟਿਆਂ ਨੂੰ ਮਾਰਨਾ, ਇੱਕ ਅੰਦਰੋਂ ਮਾਨਸਿਕ ਤੌਰ ਤੇ ਬਿਮਾਰ ਬੰਦੇ ਦੀ ਗੱਲ ਲੱਗਦੀ ਹੈ ਇਹ, ਕਿਉਂਕਿ ਹੋ ਸਕਦਾ ਉਹਨੂੰ ਇਹ ਲੱਗਦਾ ਹੋਵੇ ਵੀ ਮੈਂ ਇਸ ਤਰ੍ਹਾਂ ਕਰਕੇ ਕੋਈ ਵੱਡੀ ਹੈ ਜਿਹੜੀ ਪ੍ਰਾਪਤੀ ਕਰ ਲਵਾਂ, ਪਰ ਉਹ ਪਰਮਾਤਮਾ ਦੇਖਦਾ ਕਿ ਉਹ ਇਸ ਨੂੰ ਜਿਹੜੀ ਉਹਨੂੰ ਕਿੰਨਾ ਕੁ ਇਸ ਚੀਜ਼ ਦਾ ਜਿਹੜਾ ਫਲ ਹੈ ਉਹ ਮਿਲਦਾ ਹੈ। ਤੇ ਪਰ ਜੋ ਕੁਝ ਵੀ ਹੈਗਾ ਉਹ ਇੱਥੇ ਹੀ ਹੈ, ਬਾਕੀ ਲੋਕਾਂ ਦਾ ਸਹਿਯੋਗ ਨਾਲ ਹੈ। ਉਮੀਦ ਹੈ ਵੀ ਜਲਦੀ ਉਸ ਬੰਦੇ ਦਾ ਪਤਾ ਵੀ ਲੱਗ ਜਾਵੇਗਾ। ਕਿਸਾਨ ਸੁਖਦੇਵ ਸਿੰਘ ਦੇ ਬੇਟਾ ਰਾਜਵੀਰ ਸਿੰਘ ਨੇ ਦੱਸਿਆ ਕਿ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਤਾਂ ਪੈਣਾ ਹੀ ਆ, ਪਰ ਘਟੀਆ ਮਾਨਸਿਕਤਾ ਸੀ। ਜੋ ਵੀ ਗੱਲਬਾਤ ਹੋਈ ਆ ਪਨੀਰੀ ਦੀ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰ ਇੱਕ ਕਿਸਾਨ ਕਿਸੇ ਲਵੇ 5 ਘਟਨਾ ਹੋਈ ਹੈ ਜੀ, ਇਹ ਤੁਹਾਨੂੰ ਰਾਜਵੀਰ ਜੀ ਨੇ ਦੱਸ ਹੀ ਦਿੱਤਾ ਵੀ ਬਹੁਤ ਜ਼ਿਆਦਾ ਮੰਦਭਾਗੀ ਘਟਨਾ ਹੈ। ਸਾਡੇ ਨਗਰ ਦੇ ਉੱਤੇ ਇੱਕ ਕਲੰਕ ਲੱਗ ਗਿਆ ਵੀ ਕਿਸਾਨ ਨੂੰ ਮਾਰ ਰਿਹਾ। ਇਹ ਜਿਹੜੀ ਹਰਕਤ ਹੈ ਕਿਸੇ ਕਿਸਾਨ ਨੇ ਕੀਤੀ ਹੈ, ਇਹਨਾਂ ਦਾ ਨਿੱਜੀ ਤੌਰ ਤੇ ਨੁਕਸਾਨ ਕੀਤਾ ਹੈ ਜੀ, ਪਰ ਚਲੋ ਨੁਕਸਾਨ ਹੋ ਗਿਆ, ਉਸ ਇਨਸਾਨ ਨੂੰ ਇਹਦੇ ਵਿੱਚ ਕੋਈ ਬੈਨੀਫਿਟ ਨਹੀਂ ਮਿਲਿਆ। ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ, ਪਨੀਰੀ ਲੱਭਣੀ ਪਊਗੀ ਜੀ, ਕਿਸੇ ਤੋਂ ਪੁੱਛਣੀ ਪਊਗੀ। ਚਲੋ ਨਗਰ ਨਾਲ ਹੈ, ਅਸੀਂ ਵੀ ਇਹਨਾਂ ਦੀ ਮਦਦ ਕਰਾਂਗੇ, ਨਗਰ ਵੀ ਮਦਦ ਕਰੂਗਾ, ਪਨੀਰੀ ਇਹਨਾਂ ਨੂੰ ਦੇਵਾਂਗੇ ਜੀ। ਔਰ ਦੂਸਰੀ ਗੱਲ, ਜਿਹੜੇ ਵੀ ਇਹ ਮਾੜੇ ਅਨਸਰ ਨੇ ਹਰਕਤ ਕੀਤੀ ਹੈ, ਜਿਹੜਾ ਉਹਦਾ ਕੋਈ ਪਤਾ ਦੱਸੂਗਾ ਜਾਂ ਕਿਸੇ ਨੇ ਦੇਖਿਆ ਜਾਂ ਡਰਦਾ ਉਹ ਨਾ ਲੈਣ ਤੋਂ, ਉਹਨੂੰ ਅਸੀਂ ਨਗਰ ਦੇ ਵੱਲੋਂ 1 ਲੱਖ ਰੁਪਏ ਦਾ ਇਨਾਮ ਦੇਵਾਂਗੇ। ਕੱਲ੍ਹ ਨੂੰ ਉਹ ਕਿਸੇ ਹੋਰ ਕਿਸਾਨ ਦੇ ਨਾਲ ਜਾਂ ਕਿਸੇ ਦਾ ਕੋਈ ਨਿੱਜੀ ਨੁਕਸਾਨ ਨਾ ਕਰ ਸਕੇ। ਆਈਆਂ ਜੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਅਸੀਂ ਇਹ ਇਨਾਮ ਰੱਖਿਆ। ਇੱਧਰ ਧੂਰੀ ਇਲਾਕੇ ਦੇ ਵਿੱਚ ਵੀ ਮਾੜੀ ਘਟਨਾ ਹੋਈ ਹੈ। ਧੂਰੇ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ 2 ਜਗ੍ਹਾ ਤੇ ਇਹ ਸਭ ਤੋਂ ਮਾੜੀ ਤੇ ਘਿਨਾਉਣੀ ਹਰਕਤ ਕੀਤੀ ਹੈ ਕਿਸੇ ਨੇ। ਪਰਮਾਤਮਾ ਦੇਖ ਰਿਹਾ ਜੀ, ਠੀਕ ਹੈ, ਬਹੁਤ ਮਾੜੀ ਹਰਕਤ ਕੀਤੀ ਹੈ। ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਮਾਫ ਨਹੀਂ ਕਰੂਗਾ। ਇਹ ਇੱਕ ਉਹਨੇ ਬਹੁਤ ਜ਼ਿਆਦਾ ਭਿਆਨਕ ਮਾੜੀ ਗੱਲ ਕੀਤੀ ਹੈ, ਮੌਤ ਕੀਤੀ ਹੈ ਜੀ ਇਹਨਾਂ ਬੂਟਿਆਂ ਦੀ। ਸੋ ਸਾਰੇ ਬੂਟਿਆਂ ਨੇ ਜਾ ਕੇ ਅਨਾਜ ਬਣਨਾ ਸੀ, ਅਨਾਜ ਕਿਸੇ ਦੇ ਮੂੰਹ 'ਚ ਪੈਣਾ ਸੀ, ਉਸ ਇਨਸਾਨ ਨੇ ਇਹ ਅਨਾਜ ਦੀ ਦੁਰਵਰਤੋਂ ਕੀਤੀ ਹੈ। ਠੀਕ ਹੈ ਗੁਰਮੀਤ ਜੀ, ਕਿਵੇਂ ਲੱਗਦਾ ਤੁਹਾਨੂੰ, ਜਿਵੇਂ ਤੁਸੀਂ ਗੱਲ ਕਰੀ ਆ ਵੀ ਕਿਸਾਨ ਨਹੀਂ ਕੀਤਾ, ਤੁਹਾਨੂੰ ਪੂਰਾ ਦਾਅਵਾ ਵੀ ਕਿਸਾਨ ਨਹੀਂ ਕੀਤਾ? ਬਿਲਕੁਲ ਜੀ, ਕਿਸਾਨ ਦਾ ਕਿਸਾਨ ਵੈਰੀ ਜੀ, ਜੱਟ ਦਾ ਜੱਟ ਵੈਰੀ। ਦੇਖੋ ਇਹ ਸ਼ਰੀਕ ਲਾ ਲਓ, ਕੋਈ ਵੀ ਲਾ ਲਓ ਜੀ, ਪਿੰਡ ਦੀ ਧੜੇਬਾਜ਼ੀ ਲਾ ਲਓ। ਵੈਸੇ ਸਾਡੇ ਨਗਰ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਹੁਤ ਵੱਡੇ ਸੰਘਰਸ਼ ਲੜ ਚੁੱਕੀਆਂ ਨੇ ਜੀ, ਇਹਾਂ ਜੀ ਮਾੜੀ ਹਰਕਤ ਕਿਸੇ ਨੇ ਨਹੀਂ ਕੀਤੀ। ਜਿਹੜੀ ਅੱਜ ਰਾਜਵੀਰ ਤੇ ਰਣਵੀਰ ਸਿੰਘ ਨਾਲ ਹੋਈ ਹੈ, ਸੁਖਦੇਵ ਸਿੰਘ ਹੋਰੀਆਂ ਨਾਲ ਹੋਈ ਹੈ ਜੀ, ਸਾਰਾ ਸਾਡਾ ਨਗਰ ਜੀ, ਦੋਨੇ ਸਾਡੀਆਂ ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਤੇ ਡਕਾਉਂਦਾ ਸਭ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਨੇ। ਤੁਹਾਨੂੰ ਉਸੇ ਖੇਤ ਦੇ ਵਿੱਚ ਲੈ ਕੇ ਆਏ ਆ
ਜਿਹੜੇ ਖੇਤ ਦੀਆਂ ਤਸਵੀਰਾਂ ਤੁਸੀਂ ਪਹਿਲਾਂ ਵੀ ਦੇਖੀਆਂ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋਈਆਂ ਨੇ, ਕਿਉਂਕਿ ਇਲਾਕੇ ਦੇ ਹਰ ਪਿੰਡ 'ਚੋਂ ਹਰ ਸੂਝਵਾਨ ਵਿਅਕਤੀ ਵੱਲੋਂ ਨਿਖੇਧੀ ਕੀਤੀ ਗਈ ਸੀ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੌਦ ਹੈ ਜਿਹੜੀ ਉਹ ਬੀਜੀ ਗਈ ਹੈ। ਇਸ ਸਮੇਂ ਕਿਸਾਨ ਸੜਕਾਂ ਤੇ ਵੀ ਬੈਠਾ, ਕਿਸਾਨ ਬਾਰਡਰਾਂ ਤੇ ਵੀ ਬੈਠਾ, ਤੇ ਕੁਝ ਕਿਸਾਨ ਨੇ ਜਿਹੜੇ ਆਪਣੇ ਕੰਮ ਧੰਦੇ ਦੇਖ ਰਹੇ ਨੇ, ਆਪਣੀ ਫਸਲਬਾੜੀ ਨੂੰ ਦੇਖ ਰਹੇ ਨੇ। ਇਹ ਪੌਦ ਬੀਜੀ ਗਈ ਸੀ ਤਾਂ ਕਿ ਸਮਾਂ ਆਉਣ ਤੇ ਜਿਹੜੀ ਜੀਰੀ ਹੈ ਉਹ ਲਾਈ ਜਾ ਸਕੇ। ਜਦੋਂ ਸਮਾਂ ਆਉਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਪੌਦ ਦਾ ਰੰਗ ਦੇਖ ਲਓ, ਕਿੰਨੀ ਕੁ ਜਿਹੜੀ ਦਵਾਈ ਹੈ ਉਹ ਛਿੜਕੀ ਗਈ ਹੋਣੀ। ਕੀ ਸੋਚ ਕੇ ਇਸ ਤਰ੍ਹਾਂ ਦੇ ਜਿਹੜੇ ਕੰਮ ਕੀਤੇ ਜਾਂਦੇ ਨੇ, ਕਿਉਂਕਿ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਲੜਾਈਆਂ ਪੜਾਈਆਂ ਵੀ ਹੁੰਦੀਆਂ ਨੇ, ਕੋਈ ਵਿਚਾਰਕ ਮਤਭੇਦ ਵੀ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ, ਪਰ ਇਸ ਤਰ੍ਹਾਂ ਦੀਆਂ ਮਾੜੀਆਂ ਨੇ ਜਿਹੜੀਆਂ ਉਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ, ਪਰ ਇੱਥੇ ਹੋਈਆਂ ਨੇ। ਆਪਾਂ ਗੱਲਬਾਤ ਕਰਾਂਗੇ, ਇੱਥੇ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਵੀ ਮੌਜੂਦ ਨੇ। ਇੱਕ ਚੱਕਰ ਲਵਾ ਦਿੰਦੇ ਆ ਤੁਹਾਡਾ, ਤੁਸੀਂ ਦੇਖ ਲਓ, ਬਿਲਕੁਲ ਨੇੜੇ ਹੋ ਕੇ ਆਪਾਂ ਦੇਖਦੇ ਹਾਂ। ਇਹ ਵੀ ਦੱਸਿਆ ਗਿਆ ਕਿ ਜਿਵੇਂ ਜਿਵੇਂ ਇਸ ਦਵਾਈ ਤੇ ਸਪਰੇਅ ਮਾਰੀ ਗਈ ਹੈ, ਜਿਵੇਂ ਇਸ ਦਵਾਈ ਤੇ ਸਪਰੇਅ ਮਾਰੀ ਗਈ ਹੈ, ਉਸ ਤੋਂ ਬਾਅਦ ਪਤਾ ਸੀ ਜਾਂ ਨਹੀਂ ਪਤਾ ਸੀ, ਕਿਉਂਕਿ ਪਾਣੀ ਛੱਡਿਆ ਗਿਆ, ਪਾਣੀ ਲੱਗਣ ਸਾਰ ਉਸ ਦਵਾਈ ਨੇ ਪੂਰਾ ਅਸਰ ਦਿਖਾਇਆ, ਆਪਣਾ ਪੂਰਾ ਅਸਰ ਦਿਖਾਇਆ, ਤੇ ਸਾਰੀ ਪੌਦ ਹੈ ਜਿਹੜੀ ਸਾਰੀ ਪੌਦ ਹੈ ਇਹ ਵੇਸਟ ਹੋ ਗਈ ਹੈ, ਇਹ ਬਰਬਾਦ ਹੋ ਗਈ ਹੈ। ਆਪਾਂ ਕਿਸਾਨ ਨਾਲ ਗੱਲਬਾਤ ਕਰਾਂਗੇ ਕਿ ਅਗਲੀ ਰਣਨੀਤੀ ਕੀ ਹੋਊਗੀ, ਕਿਵੇਂ ਹੋਊਗੀ, ਹੈ ਨਾ, ਪੌਦ ਕਿੱਥੋਂ ਲਿਆਂਦੀ ਜਾਊਗੀ ਤੇ ਕਿੰਨਾ ਕੁ ਜਿਹੜਾ ਨੁਕਸਾਨ ਹੈ ਇਹ ਹੋਇਆ। ਆਪਾਂ ਸਾਰੀ ਗੱਲਬਾਤ ਜਿਹੜੀ ਕਰਦੇ ਹਾਂ, ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਤੇ ਪੀੜਤ ਕਿਸਾਨ ਨੇ ਉਹ ਵੀ ਮੌਜੂਦ ਨੇ। ਆਜੋ ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ ਤੁਹਾਡਾ ਨਾਮ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਜੀ। ਪਿੰਡ ਝਨੇੜੀ, ਜੀ ਤਹਿਸੀਲ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਜੀ। ਇਹ ਜਿਹੜੀ ਘਿਨੌਣੀ ਹਰਕਤ ਕੀਤੀ ਹੈ ਜੀ ਸਾਡੇ ਕਿਸਾਨ ਰਾਜਵੀਰ ਸਿੰਘ ਨਾਲ, ਜੀ, ਇਹ ਕਿਸੇ ਨੇ ਬਹੁਤ ਮਾੜੀ ਹਰਕਤ ਕੀਤੀ ਹੈ। ਸਾਡੇ ਪਿੰਡ ਦੇ ਵਿੱਚ ਪਿਛਲੇ ਘੱਟੋ ਘੱਟ 40 ਸਾਲਾਂ ਤੋਂ ਬੜੇ ਮਤਭੇਦ ਸੀ, ਪਾਰਟੀਬਾਜ਼ੀਆਂ ਸੀ, ਪਰ ਇਆਂ ਜਿਹਾ ਕੰਮ ਸਾਡੇ ਨਗਰ ਦੇ ਵਿੱਚ ਪਹਿਲੀ ਵਾਰੀ ਹੋਇਆ। ਜਿਸ ਵੀ ਕਿਸੇ ਨੇ ਕੀਤਾ ਇਹ ਬਹੁਤ ਜ਼ਿਆਦਾ ਮਾੜਾ ਕੀਤਾ ਹੈ ਜੀ। ਇਸ ਕਿਸਾਨ ਦੇ ਨਾਲ ਸਾਡਾ ਨਗਰ, ਸਾਡੇ ਨਗਰ ਦਾ ਭਾਈਚਾਰਾ ਸਾਰਾ ਖੜਾ ਹੈ ਜੀ। ਇਸ ਕਿਸਾਨ ਨੂੰ ਅਸੀਂ ਜਿਹੜੀ ਪਨੀਰੀ ਹੈ ਉਹ ਵੀ ਦੇਵਾਂਗੇ ਤੇ ਨਾਲ ਕਿਸਾਨ ਦੀ ਮਦਦ ਵੀ ਕਰਾਂਗੇ। ਔਰ ਅਸੀਂ ਇੱਕ ਬੇਨਤੀ ਹੋਰ ਕਰਦੇ ਹਾਂ, ਜੇ ਕਿਸੇ ਨੂੰ ਵੀ ਇਸ ਹਰਕਤ ਦਾ ਪਤਾ ਹੋਵੇ ਉਹਨੂੰ ਅਸੀਂ ਨਗਰ ਦੇ ਵੱਲੋਂ 1 ਲੱਖ ਰੁਪਇਆ ਇਨਾਮ ਦੇਵਾਂਗੇ, ਜਿਹੜਾ ਇਸ ਵਿਅਕਤੀ ਦਾ ਨਾਂ ਦੱਸੂਗਾ। ਪਰਿਵਾਰਾਂ ਦੇ ਵਿੱਚ ਮਤਭੇਦ ਨੇ, ਕਈ ਵਾਰੀ ਪਾਰਟੀਬਾਜ਼ੀ ਵੀ ਹੁੰਦੀ ਹੈ, ਪਰ ਇਹ ਜਿਹੜੀ ਹਰਕਤ ਕੀਤੀ ਹੈ ਰਾਜਵੀਰ ਸਿੰਘ ਨਾਲ ਬਹੁਤ ਮਾੜੀ ਕੀਤੀ ਹੈ ਜੀ। ਇਹਦੀ ਅਸੀਂ ਸਾਰੇ ਨਗਰ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਇਹ ਜੀ ਖਰਾਬ ਹੋ ਚੁੱਕੀ ਹੁਣ ਬਿਲਕੁਲ। ਇਹ ਜਿਹੜੀ ਪਨੀਰੀ ਹੈ ਜੀ, ਜਿਹੜੀ ਰਾਉਂਡ ਅਪ ਦਵਾਈ ਆਉਂਦੀ ਹੈ ਆਪਣੀ, ਉਹ ਮਾਰ ਦਿੱਤੀ ਹੈ 6 ਤਰੀਕ ਦੀ ਰਾਤ ਨੂੰ, 5 ਤਰੀਕ ਦੀ ਔਰ 6 ਤਰੀਕ ਦੀ ਜਿਹੜੀ ਰਾਤ ਹੈ ਉਸ ਨੂੰ ਇਹਦੇ ਉੱਤੇ ਸਪਰੇਅ ਕੀਤੀ ਗਈ ਹੈ ਜੀ। ਜਿਹੜੀ ਇਹ ਪੌਦ ਹੈ ਸਪਰੇਅ ਰਾਤ ਨੂੰ ਹੋਈ, ਤਕਰੀਬਨ ਇਹ ਦਿਨੇ 11 ਕੁ ਵਜੇ ਨੂੰ ਸੁੱਕਣੀ ਸ਼ੁਰੂ ਹੋ ਗਈ, ਸ਼ਾਮ ਤੱਕ ਇਹ ਸੁੱਕ ਕੇ ਬਿਲਕੁਲ ਨਸ਼ਟ ਹੋ ਗਈ। ਇਹ ਤੁਹਾਨੂੰ ਇਸ ਗੱਲ ਦਾ ਕਦੋਂ ਪਤਾ ਲੱਗਿਆ ਭਾਵ? ਇਹ ਸਾਨੂੰ 11 ਵਜੇ ਪਤਾ ਲੱਗਣਾ ਸ਼ੁਰੂ ਹੋਇਆ ਜੀ, ਜਦੋਂ ਲਾਈਟ ਆਈ ਅਸੀਂ ਸਵੇਰੇ ਆ ਕੇ ਇਹਨੂੰ ਪਾਣੀ ਲਾਇਆ ਕਿਸਾਨ ਨੇ। ਉਸ ਤੋਂ ਬਾਅਦ ਇਹ ਸੁੱਕਣੀ ਮੁਰਝਾਉਣੀ ਸ਼ੁਰੂ ਹੋ ਗਈ ਜੀ, ਜਿਵੇਂ ਆਪਣੀਆਂ ਵੱਟਾਂ ਡੌਲਾਂ ਤੋਂ ਰਾਉਂਡ ਅਪ ਨਾਲ ਕੱਖ ਸੁੱਕ ਜਾਂਦੇ ਨੇ, ਉਸ ਹਿਸਾਬ ਦੇ ਨਾਲ ਇਹ ਸੁੱਕਣੀ ਸ਼ੁਰੂ ਹੋ ਗਈ। ਕਿਸਾਨ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਮੇਰੇ ਨਾਲ ਕਿਸੇ ਨੇ ਬਹੁਤ ਮਾੜੀ ਹਰਕਤ ਕੀਤੀ ਹੈ, ਜਿਹੜੀ ਮੇਰੀ ਪਨੀਰੀ ਹੈ 100-125 ਬਿੱਗੇ ਦੀ ਇਹ ਖੇਤੀ ਕਰਦਾ ਹੈ, ਵੀ ਮੇਰੀ ਪਨੀਰੀ ਹੈ ਜਿਹੜੀ ਕਿਸੇ ਨੇ ਸਪਰੇਅ ਕਰਕੇ ਸਾਡੇ ਨਾਲ ਹੋਰ ਵੀਰ ਵੀ ਹੈਗੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ ਤੁਹਾਡਾ ਨਾਮ? ਗੁਰਜਿੰਦਰ ਸਿੰਘ। ਗੁਰਜਿੰਦਰ ਜੀ, ਕੀ ਕਹੋਗੇ, ਕਿਉਂਕਿ ਸਮਾਜ ਦੇ ਵਿੱਚ ਇਹਨੂੰ ਬਹੁਤ ਮਾੜਾ ਜਿਹੜਾ ਇਸ ਟਾਈਮ ਕਿਹਾ ਜਾ ਰਿਹਾ, ਸਾਰੇ ਪਾਸਿਓਂ ਨਿਖੇਧੀ ਹੋ ਰਹੀ ਹੈ, ਇਹਦੇ ਬਾਰੇ ਕਦੋਂ ਪਤਾ ਲੱਗਿਆ ਤੁਹਾਨੂੰ? ਇਹਦੇ ਬਾਰੇ ਤਾਂ ਸਾਨੂੰ 6 ਤਰੀਕ ਨੂੰ ਸਵੇਰੇ 10-11 ਵਜੇ ਪਤਾ ਲੱਗਿਆ ਜੀ।
ਕਹਾਂਗੇ ਤਾਂ ਕੀ ਜੀ, ਹੁਣ ਬੰਦੇ ਇਹ ਪਤਾ ਨਹੀਂ ਕਹੇ ਜਿਹੇ ਸਮਾਜ 'ਚ ਪੈਦਾ ਹੋ ਜਾਂਦੇ ਨੇ ਜੀ। ਇਹ ਬਹੁਤ ਮਾੜੀ ਗੱਲ ਕਰੀ ਇਹਨਾਂ ਨੇ, ਕਿਸੇ ਨੇ ਵੀ ਕਰੀ ਹੈ ਰਣਵੀਰ ਸਿੰਘ ਨਾਲ ਜੀ ਇਹ ਵੀ ਬਹੁਤ ਸਾਰੀ ਨਸ਼ਟ ਕਰਤੀ ਜੀ। ਇਹ ਕਿੰਨਾ ਕੁ ਨੁਕਸਾਨ ਹੈ ਜਿਹੜਾ ਹੋ ਗਿਆ ਲੱਗਦਾ? ਹੁਣ ਅਗਲਾ ਜਿਹੜਾ ਇਹਨਾਂ ਦਾ ਪੜਾਅ ਹੋਊਗਾ ਉਹ ਕਿੰਨਾ ਕੁ ਮੁਸ਼ਕਲ ਹੋਊਗਾ? ਮੁਸ਼ਕਲ ਦਾ ਵੀ ਆਪਾਂ ਅੱਜ ਕੱਲ੍ਹ ਕੋਈ ਖੇਤੀ ਨਹੀਂ ਹੈਗੀ ਜੀ ਅੱਜ ਆਪਣੇ ਖੇਤ ਦੇ ਵਿੱਚ ਇਕੱਲੀ ਪੌਦੇ ਹੁੰਦੇ ਆ। ਅਸੀਂ ਸਵੇਰੇ ਉੱਠ ਕੇ ਘਰੋਂ ਆਉਂਦੇ ਆ, ਪੌਦੇ ਸਹਾਰੇ ਖੜਦੇ ਆ ਜੀ ਵੀ ਇਹਨੂੰ ਪਾਣੀ ਲਾਉਣੇ ਆ, ਫਿਰ ਜੀ। ਸਾਡੀ ਖੇਤੀ ਜੀ। ਅੱਛਾ, ਜਿਵੇਂ ਹੁਣ ਇਹ ਪੌਦ ਖਰਾਬ ਹੋ ਗਈ, ਇਹ ਮੁੱਲ ਲੈਣਗੇ ਤਾਂ ਉਹ ਕਿੰਨੇ ਕੁ ਦੀ ਜਿਹੜੀ ਆ ਜੂਗੀ ਮੋਟਰ? ਮੁੱਲ ਦਾ ਜੀ ਮਿਲਦੀ ਹੁੰਦੀ ਹੈ ਜੀ, ਮੁੱਲ ਦਾ ਜੇ ਅੱਛਾ। ਇੱਕ ਗੱਲ ਹੋਰ ਦੱਸਦੀ ਹੈ, ਕਿਉਂਕਿ ਸਾਰੇ ਪਾਸੇ ਜ਼ੋਰ ਹੁੰਦਾ ਹੈ, ਇੱਕ ਹੋਰ ਬਹੁਤ ਵੱਡੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇਹਨਾਂ ਨੂੰ ਬਹੁਤ ਮੁਸ਼ਕਲ ਹੋਊਗੀ ਮੁੱਲ ਵੀ ਲੈਣ ਵਾਸਤੇ, ਕਿਉਂਕਿ ਇਹ ਜਿਹੜੀ ਪਨੀਰੀ ਹੁੰਦੀ ਹੈ, ਇਹ ਪੌਦ ਹੁੰਦੀ ਹੈ, ਇਹਦੀ ਹੁਣੀ ਲਾਗਤ ਹੁੰਦੀ ਹੈ। ਤੇ ਹੋਰ ਵੀਰ ਸਾਡੇ ਮੌਜੂਦ ਨੇ, ਆਜੋ ਵੀਰ ਜੀ। ਵੀਰ ਜੀ ਤੁਹਾਡਾ ਨਾਮ? ਜੀ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ। ਇਹ ਸਾਡਾ ਆਪਣਾ ਖੇਤ ਹੈ ਜੀ। ਮੈਂ ਦੱਸ ਦਿਆਂ ਤੁਹਾਨੂੰ ਕਿ ਇਹ ਜਿਹੜੀ ਪਨੀਰੀ ਤਿਆਰ ਕੀਤੀ ਗਈ ਸੀ, ਇਹਨੂੰ ਲਗਭਗ 1 ਮਹੀਨੇ ਦਾ ਸਮਾਂ ਪਹਿਲਾਂ ਲੱਗ ਜਾਂਦਾ ਹੈ ਜਦੋਂ ਅਸੀਂ ਤਿਆਰ ਕਰਦੇ ਹਾਂ ਸ਼ੁਰੂ ਤੋਂ। ਜੀ। ਲਗਭਗ 80 ਤੋਂ 90 ਵਿਗੇ ਵਾਹਣ ਦੀ ਅਸੀਂ ਇਹ ਤਿਆਰ ਕੀਤੀ ਸੀ, ਜਿਹਦੇ ਤੇ ਲਗਭਗ 70 ਤੋਂ 80 ਹਜ਼ਾਰ ਰੁਪਏ ਖਰਚਾ ਆ ਜਾਂਦਾ ਪਹਿਲਾਂ। ਜੀ। ਪਰ ਅਸੀਂ ਦੋਨੇ ਭਰਾ, ਮੈਂ ਖੁਦ ਟੀਚਰ ਹਾਂ ਤੇ ਮੇਰਾ ਬ੍ਰਦਰ ਹੈ ਜਿਹੜਾ ਪੰਚਾਇਤ ਸੈਕਟਰੀ ਹੈ। ਜੀ। ਕਈ ਲੋਕਾਂ ਦੇ ਵਿੱਚ ਜੈਲਸ ਪੱਖ ਐਡੇ ਵੱਡੇ ਹੋ ਗਏ ਕਿ ਉਹਨਾਂ ਤੋਂ ਤਰੱਕੀ ਹੈ ਜਿਹੜੀ ਉਹ ਦੇਖੀ ਨਹੀਂ ਜਾਂਦੀ। ਅਜੀਬ ਕਿਸਮ ਦੇ ਢੰਗਾਂ ਨਾਲ ਕਾਇਰਾਂ ਵਾਂਗੂ ਲੁਕ ਕੇ ਇਹੋ ਜਿਹੇ ਗੰਦੇ ਘਿਨਾਉਣੇ ਜਿਹੜੇ ਕੰਮ ਨੇ ਉਹ ਕਰਨਾ ਉਹਨਾਂ ਨੇ ਸ਼ੁਰੂ ਕਰ ਲਏ। ਪਰ ਜੋ ਵੀ ਕੋਈ ਹੈਗਾ, ਮੈਂ ਚੈਲੰਜ ਕਰਦਾ ਇਸ ਚੀਜ਼ ਨੂੰ ਵੀ ਉਹ ਸਾਹਮਣੇ ਆਵੇ। ਜੇਕਰ ਮਨ ਦੇ ਵਿੱਚ ਕੋਈ ਕਿਸੇ ਵੀ ਕਿਸਮ ਦਾ ਕੋਈ ਗੁਆਰ ਹੈ ਤਾਂ ਸਾਹਮਣੇ ਖੜ ਕੇ ਕੱਢੇ। ਇਦਾਂ ਦੀਆਂ ਨੀਚ ਹਰਕਤਾਂ ਕਰਕੇ ਆਪਣੇ ਆਪ ਨੂੰ ਹੋਰ ਘਟੀਆ ਸਾਬਤ ਕਰ ਲੈਣਾ, ਇਸ ਤੋਂ ਬਿਨਾ ਉਹਨਾਂ ਨੇ ਕੀ ਕਰਨਾ ਜੀ। ਦੂਜੀ ਗੱਲ ਇੱਕ ਹੋਰ ਮੈਂ ਦੱਸ ਦੇਵਾਂ ਕਿ ਪਿੰਡ ਵਾਸੀ ਜਿੰਨੇ ਵੀ ਇਸ ਪਿੰਡ ਦੇ ਨੇ ਉਹ ਸਾਡੇ ਨਾਲ ਨੇ। ਉਹਨਾਂ ਸਾਰਿਆਂ ਨੇ ਸਾਨੂੰ ਇਸ ਚੀਜ਼ ਲਈ ਬੜਾ ਹੌਸਲਾ ਦਿੱਤਾ ਹੈ ਕਿ ਉਹ ਸਾਡੇ ਨਾਲ ਨੇ। ਹਾਂ, ਇੱਕ ਗੱਲ ਇਹ ਜ਼ਰੂਰ ਹੈ ਕਿ ਫਸਲ ਜੋ ਅਸੀਂ ਟਾਈਮ ਸਿਰ ਆਪਣੀ ਬੀਜਣੀ ਸੀ, ਟਾਈਮ ਸਿਰ ਇਹ ਪਨੀਰੀ ਹੈ ਜਿਹੜੀ ਪੁੱਟ ਕੇ ਲਾਉਣੀ ਸੀ, ਪਰ ਇਹ ਹੁਣ ਲੇਟ ਹੋ ਜਾਏਗੀ ਕਿਉਂਕਿ ਜਿਹੜੇ ਬੰਦਿਆਂ ਨੇ ਆਪਣੇ ਲਈ ਪੌਦ ਬੀਜੀ ਹੈ ਤਾਂ ਉਹ ਆਪਣੀ ਜਦੋਂ ਉਹਨਾਂ ਨੇ ਆਪਣੀਆਂ ਫਸਲਾਂ ਲਗਾ ਕੇ ਫੇਰ ਹੀ ਸਾਨੂੰ ਦੇ ਸਕਦੇ ਨੇ, ਕਿਉਂਕਿ ਉਹਨਾਂ ਦੀਆਂ ਆਪਣੀਆਂ ਪਲਾਨਿੰਗਸ ਨੇ। ਜੇ ਅਸੀਂ ਇਹਨਾਂ ਤੋਂ ਪਿੱਛੇ ਹਟ ਕੇ ਜਾਂਦੇ ਹਾਂ ਤਾਂ ਉਹ ਉਹਨਾਂ ਲਈ ਵੀ ਸਹੀ ਨਹੀਂ ਹੈਗਾ ਤੇ ਸਾਡੇ ਲਈ ਵੀ ਸਹੀ ਨਹੀਂ ਹੈਗਾ। ਇਸ ਕਰਕੇ ਇਹ ਦੇਖਣਾ ਸਾਡੇ ਲਈ ਵੀ ਜ਼ਰੂਰੀ ਹੈ ਵੀ ਅਸੀਂ ਪਹਿਲਾਂ ਉਹਨਾਂ ਦਾ ਕੰਮ ਪੂਰਾ ਹੋਣ ਦਈਏ, ਭਾਵੇਂ ਕਿ ਉਹ ਸਾਨੂੰ ਇਸ ਗੱਲ ਦਾ ਹੌਸਲਾ ਦੇ ਰਹੇ ਨੇ ਕਿ ਅਸੀਂ ਆਪਣੀਆਂ ਫਸਲਾਂ ਬਾਅਦ 'ਚ ਬੀਜਾਂਗੇ, ਪਹਿਲਾਂ ਤੁਹਾਨੂੰ ਪਨੀਰੀ ਦੇਵਾਂਗੇ। ਪਰ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਹੈ। ਪਰ ਸਮਾਜ ਇਸ ਲੈਵਲ ਤੱਕ ਗਿਰ ਗਿਆ ਕਿ ਸਾਨੂੰ ਇਹ ਗੱਲ ਹੁਣ ਸਮਝਾਉਣੀ ਬੜੀ ਔਖੀ ਹੈ। ਜੇ ਕਿਸੇ ਦੇ ਮਨ 'ਚ ਕੋਈ ਗੁਆਰ ਹੈਗਾ, ਕਿਰਪਾ ਕਰਕੇ ਉਹ ਸਾਹਮਣੇ ਆ ਕੇ ਸਾਡੇ ਨਾਲ ਗੱਲ ਕਰ ਲਵੇ, ਕਿਉਂਕਿ ਇਦਾਂ ਦੇ ਕੰਮਾਂ ਨਾਲ ਕਿਸਾਨੀ ਦੇ ਉੱਤੇ ਵੀ ਇੱਕ ਵੱਡਾ ਸਵਾਲ ਹੈ ਜਿਹੜਾ ਖੜਾ ਹੋ ਗਿਆ। ਕਿਸਾਨ ਜਿੱਥੇ ਅੰਨ ਦਾ ਜਨਮਦਾਤਾ ਹੈ, ਉਹ ਇਦਾਂ ਦੇ ਮਾਰੂ ਕੰਮ ਵੀ ਕਰ ਸਕਦਾ ਹੈ, ਕਿਉਂਕਿ ਇਹ ਕਿਸੇ ਕਿਸਾਨ ਦਾ ਕੰਮ ਹੈ, ਕੋਈ ਹੋਰ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ। ਤੇ ਉਹਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਸਾਰੇ ਲੋਕਾਂ ਦੇ ਅੱਗੇ ਇੱਕ ਵੱਡੀ ਕਿਸਾਨੀ ਨੂੰ ਇਸ ਤਰ੍ਹਾਂ ਪੇਸ਼ ਕਰ ਦੇਣਾ, ਇੱਕ ਉਹਦੀ ਘਟੀਆ ਜਿਹੜੀ ਹਰਕਤ ਹੈ ਉਹਦੇ ਨਾਲ ਇਸ ਹੱਦ ਤੱਕ ਆ ਜਾਣਾ ਬਹੁਤ ਜ਼ਿਆਦਾ ਘਿਨਾਉਣੀ ਹਰਕਤ ਹੈ। ਆਪਣੇ ਆਪ ਨੂੰ ਜੋ ਵੀ ਕੋਈ ਗੰਦਾ ਕੰਮ ਕਰਨ ਵਾਲਾ ਬੰਦਾ ਹੈ ਉਹ ਸੁਧਾਰੇ ਤੇ ਸਹੀ ਰੂਪ ਦੇ ਵਿੱਚ ਸਾਹਮਣੇ ਆ ਕੇ ਗੱਲ ਕਰੇ। ਧੰਨਵਾਦ। ਸੋ ਇਹ ਸਨ ਕਿਸਾਨ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ, ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ, ਇਹ ਬਹੁਤ ਮਜ਼ਬੂਤ ਹੈ। ਇਹ ਵੀ ਗੱਲਾਂ ਨੇ ਜਿਹੜੀਆਂ ਇਹ ਨਾਲੋਂ ਨਾਲ ਚੱਲਦੀਆਂ ਨੇ ਸਾਡੀ ਜ਼ਿੰਦਗੀ ਦੇ ਵਿੱਚ। ਆਪਸੀ ਭਾਈਚਾਰਕ ਸਾਂਝ ਦੇ ਹੁੰਦਿਆਂ ਪਿੰਡ ਵਾਸੀ ਨਾਲ ਦੀ ਨਾਲ ਮੋਢੇ ਤੇ ਪਿੱਛੇ ਪਿੱਠ ਤੇ ਆ ਕੇ ਖੜੇ ਹੋਏ ਨੇ। ਉਹਨਾਂ ਨੇ ਕਿਹਾ ਕਿ ਜਿੰਨਾ ਵੀ ਨੁਕਸਾਨ ਹੋਇਆ ਕੋਈ ਗੱਲ ਨਹੀਂ, ਸਾਰੇ ਖੜੇ ਆ, ਸਾਰੇ ਰਲ ਮਿਲ ਕੇ ਕਰਾਂਗੇ। ਪਰ ਟੀਮ ਮਾਲਵਾ ਵੀ ਅਪੀਲ ਕਰਦੀ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਹੋ ਸਕਦੀ ਹੈ। ਬਹੁਤ ਦੁਖਦਾਈ ਹੈ, ਇਹ ਬਹੁਤ ਦੁੱਖ ਦੇਣ ਵਾਲੀਆਂ ਗੱਲਾਂ ਨੇ, ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਮਰਿਆ ਹੋਇਆ, ਕਿਸਾਨ ਤਾਂ ਪਹਿਲਾਂ ਹੀ ਦੁਖੀ ਆ, ਹੋਰ ਖਰਚਿਆਂ ਨੇ ਮਾਰ ਰੱਖਿਆ। ਹੁਣ ਇਹ ਡਬਲ ਖਰਚੇ ਨੇ ਜਿਹੜੇ ਇਹ ਖੜੇ ਹੋ ਗਏ ਨੇ। ਸੋ ਅਪੀਲ ਟੀਮ ਮਾਲਵਾ ਦੀ ਵੀ ਹੈ ਕਿ ਇਸ ਤਰ੍ਹਾਂ ਦੇ ਕੰਮਾਂ ਤੋਂ ਬਚਿਆ ਜਾਵੇ। ਪੰਜਾਬ ਦੀ ਜਿਹੜੀ ਅਸਲੀ ਤਸਵੀਰ ਹੈ, ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਹੈ, ਉਸ ਨੂੰ ਉਜਾਗਰ ਕਰਿਆ ਜਾਵੇ, ਨਾ ਕਿ ਕਿਸੇ ਦਾ
ਨੁਕਸਾਨ ਕਰਿਆ ਜਾਵੇ। ਮਾਲਵਾ MB TV ਤੋਂ ਗੁਰਵਿੰਦਰ ਸਿੰਘ ਰੋਮੀ ਨਾਲ ਯੁਵਰਾਜ ਹਸਨ ਦੀ ਰਿਪੋਰਟ। ਧੰਨਵਾਦ। ਸਵਾਗਤ ਹੈ ਤੁਹਾਡਾ ਪੰਜਾਬ ਦੇ ਨਿਧੜਕ ਲੋਕਾਂ ਦੀ ਆਵਾਜ਼ ਮਾਲਵਾ MB TV। ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਤੇ ਫੋਲੋ ਕਰਨ ਲਈ ਥੱਲੇ ਦਿੱਤੇ ਲਿੰਕਾਂ ਨੂੰ ਫੋਲੋ ਕਰੋ। ਪੰਜਾਬ, ਹਰਿਆਣਾ ਤੇ ਹਿਮਾਚਲ ਦੀ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਮਾਲਵਾ MB TV। ਧੰਨਵਾਦ।